ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਨੂੰ ਲੈ ਕੇ ਜੋ ਕੁਝ ਸਿਆਸੀ ਚਰਚਾਵਾਂ ਚੱਲ ਰਹੀਆਂ ਨੇ ਉਸ ਦੇ ਕਿਸ ਤਰ੍ਹਾਂ ਦੇ ਪ੍ਰਭਾਵ ਸਿਆਸਤ ਤੇ ਜਾਂ ਪੰਜਾਬ ਦੀ ਆਵਾਮ ਤੇ ਕਿੱਦਾਂ ਦੇ ਪੈਣਗੇ। ਕੀ ਦਲਿਤ ਜਿਹੜਾ ਭਾਈਚਾਰਾ ਆ ਉਸ ਨੂੰ ਇਹਦੇ ਨਾਲ ਕੋਈ ਫਾਇਦਾ ਹੋਣ ਵਾਲਾ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਹਮੀਰ ਸਿੰਘ ਜੀ, ਸਵਾਗਤ ਹੈ ਤੁਹਾਡਾ ਪੰਜਾਬਿਸਤਾਨ ਟੀਵੀ ਤੇ। ਜੀ ਸ਼ੁਕਰੀਆ। ਸ਼ੁਕਰੀਆ ਸਰ। ਕਿਸ ਤਰ੍ਹਾਂ ਦੇਖਦੇ ਹੋ ਹਮੀਰ ਸਿੰਘ ਜੀ ਇਸ ਗੱਠਜੋੜ ਨੂੰ, ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਨੂੰ? ਅਸਲ ਦੇ ਵਿੱਚ ਗੱਠਜੋੜ ਤਾਂ ਚੋਣਾਂ ਜਿੱਤਣ ਲਈ ਕੋਈ ਵੀ ਪਾਰਟੀਆਂ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ ਅਲਾਈਅੰਸਸ ਹੁੰਦੇ ਆਏ ਨੇ ਪਹਿਲਾਂ, ਬਲਕਿ ਪੋਲੀਸ਼ਨ ਸਰਕਾਰਾਂ ਦਾ ਦੌਰ ਵੀ ਰਿਹਾ ਨੈਸ਼ਨਲ ਲੈਵਲ ਤੇ ਵੀ, ਔਰ ਪੰਜਾਬ 'ਚ ਵੀ ਪੋਲੀਸ਼ਨ ਦਾ ਪੁਰਾਣਾ ਇਤਿਹਾਸ ਹੈ। ਜਦੋਂ ਤੋਂ ਖਾਸ ਤੌਰ ਤੇ 66 ਤੋਂ ਬਾਅਦ ਤਾਂ ਕਈ ਕੋਲੀਸ਼ਨਾਂ ਅਕਾਲੀ ਦਲ ਦੇ ਐਂਗਲ ਤੋਂ ਬਣੀ। ਪਰ ਜਿਹੜਾ ਬਸਪਾ ਦਾ ਤੇ ਅਕਾਲੀ ਦਲ ਦੇ ਅਲਾਇੰਸ ਦੀ ਗੱਲ ਹੈ, ਇਹ ਦੋ ਉਹਨਾਂ ਧਿਰਾਂ ਦੀ ਗੱਲ ਹੈ। ਪਹਿਲਾਂ ਅਕਾਲੀ ਦਲ ਨੇ ਅਲਾਇੰਸ ਕੀਤਾ ਬੀਜੇਪੀ ਨਾਲ, ਉਹਨੂੰ ਹਿੰਦੂ ਤੇ ਸਿੱਖਾਂ ਦੀ ਯੂਨਿਟੀ ਦੀ ਗੱਲ ਕੀਤੀ, ਉਹਨੂੰ ਮਤਲਬ ਇਹ ਕੋਸ਼ਿਸ਼ ਕੀਤੀ ਕਹਿਣ ਦੀ ਕਿ ਇਹ ਅਸੀਂ ਸਿੱਖਾਂ ਦੇ ਨੁਮਾਇੰਦੇ ਹਾਂ ਤੇ ਉਹ ਹਿੰਦੂਆਂ ਦੇ ਨੁਮਾਇੰਦੇ, ਮਤਲਬ ਧਾਰਮਿਕ ਆਇਡੈਂਟੀਟੀ ਨੂੰ ਕਿਹਾ ਕਿ ਪੀਸਫੁਲ। ਤੇ ਹੁਣ ਜਿਹੜੀ ਹੈ ਬੀਐਸਪੀ ਨਾਲ ਤਾਂ ਕੀ ਕਹਿਣਗੇ, ਕੀ ਇਹ ਜੱਟ ਸਿੱਖਾਂ ਦੀ ਤੇ ਦਲਿਤਾਂ ਦੀ ਨੁਮਾਇੰਦਗੀ ਹੈ? ਕਿਵੇਂ ਕਹੋਗੇ ਤੁਸੀਂ? ਕਾਸਟ ਬੇਸਡ ਇਹਦਾ ਮਤਲਬ ਕੰਮ ਕਰੋ, ਗੱਲ ਕਹੋਗੇ, ਦਲੀਲ ਦਿਓਗੇ। ਤੇ ਦਲੀਲ ਤਾਂ ਇਹ ਗੱਲ ਹਕੀਕਤ ਹੈ ਕਿ ਸਾਡੇ ਸਿੱਖ ਸਿਧਾਂਤ ਦੇ ਵਿੱਚ ਜਾਤ ਲਈ ਕੋਈ ਜਗ੍ਹਾ ਨਹੀਂ ਹੈ। ਇਹਦੇ ਬਾਵਜੂਦ ਅਕਾਲੀ ਦਲ ਦਾ ਜਿਹੜਾ ਡੋਮੀਨੈਂਟ ਕੇਡਰ ਸੀਗਾ ਪਿਛਲਾ, ਉਹ ਪਿੰਡਾਂ ਦੇ ਵਿੱਚ ਵੀ ਅਲੱਗ-ਅਲੱਗ ਸ਼ਮਸ਼ਾਨ ਘਾਟ, ਅਲੱਗ-ਅਲੱਗ ਗੁਰਦੁਆਰੇ, ਅਲੱਗ-ਅਲੱਗ ਤੌਰ ਦੇ ਤਰੀਕੇ, ਇੱਕ ਕਾਸਟ ਦਾ ਬਖਰੇਵਾ ਤਾਂ ਦਿਖਾਈ ਦੇ ਹੀ ਰਿਹਾ ਬੜੇ ਲੰਮੇ ਸਮੇਂ ਤੋਂ। ਹਾਂ, ਇਹ ਕਿਉਂਕਿ ਵੋਟਾਂ ਦੇ ਨੇੜੇ ਜਾ ਕੇ ਦੋਨੇ ਪਾਰਟੀਆਂ ਲਈ ਇਹ ਮਜਬੂਰੀ ਵੀ ਹੈ, ਕਿਉਂਕਿ ਬਸਪਾ ਵੀ ਜੇਕਰ ਲੰਮੇ ਸਮੇਂ ਤੋਂ ਆਪਾਂ ਦੇਖੀਏ, ਪਹਿਲੀ ਵਾਰ ਬਸਪਾ ਨੇ ਪੰਜਾਬ 'ਚ 1992 'ਚ ਚੋਣ ਲੜੀ, ਉਦੋਂ ਅਕਾਲੀ ਦਲ ਜਿਹੜਾ ਸੀਗਾ ਉਹਦਾ ਬਾਈਕਾਟ ਸੀ। 23% ਵੋਟਾਂ ਟੋਟਲ ਪੋਲ ਹੋਈਆਂ ਸੀ, ਉਹ 'ਚ ਬਸਪਾ ਨੂੰ 16% ਤੋਂ ਵੱਧ ਵੋਟਾਂ ਮਿਲੀਆਂ ਸੀ। 9 ਐਮਐਲਏ ਜਿੱਤੇ। ਉਦੋਂ ਇਹ ਮੇਨ ਆਪੋਜੀਸ਼ਨ ਪਾਰਟੀ ਕਹਿਲਾਈ 92 'ਚ, ਜਦੋਂ ਅਕਾਲੀ ਦਲ ਦਾ ਬਾਈਕਾਟ ਸੀ। ਫਿਰ ਉਸ ਦੌਰ 'ਚੋਂ ਅਕਾਲੀ ਦਲ ਨੂੰ ਲੱਗਿਆ ਕਿ ਅਗਲੀ ਪਾਰਲੀਮੈਂਟ 'ਚ ਸਾਨੂੰ ਬਸਪਾ ਨਾਲ ਜਾਣਾ ਚਾਹੀਦਾ। ਅਕਾਲੀ ਦਲ ਨੇ ਚੋਣਾਂ ਲੜਨ ਦਾ ਐਲਾਨ ਕਰਤਾ 96 ਵਾਲੀਆਂ, ਤੇ ਬਸਪਾ ਨਾਲ ਅਲਾਇੰਸ ਕੀਤਾ। ਬਸਪਾ ਨਾਲ ਅਲਾਇੰਸ ਦੇ ਵਿੱਚੋਂ ਉਦੋਂ 3 ਬਾਬੂ ਕਾਂਸੀ ਰਾਮ ਸਮੇਤ 3 ਬੀਐਸਪੀ ਦੇ ਐਮਪੀ ਜਿੱਤੇ ਤੇ ਇਹਦੇ 8 ਅਕਾਲੀ ਦਲ ਦੇ ਐਮਪੀ, ਤੇ 13 ਚੋਂ 11 ਸੀਟਾਂ ਉਦੋਂ ਜਿੱਤੀਆਂ। ਪਰ ਤੁਰੰਤ ਬਾਅਦ, ਥੋੜੇ ਮਹੀਨਿਆਂ ਬਾਅਦ, 96 ਦੀ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ ਸਾਡੀ ਫਰਵਰੀ ਦੀ ਵਿਧਾਨ ਸਭਾ ਆ ਜਾਂਦੀ ਹੈ, ਤਾਂ ਅਕਾਲੀ ਦਲ ਨੇ ਬਸਪਾ ਨੂੰ ਵਿੱਚੇ ਛੱਡਤਾ ਤੇ ਬੀਜੇਪੀ ਨਾਲ ਅਲਾਇੰਸ 97 ਦੇ ਵਿੱਚ ਕਰ ਲਿਆ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ। ਤੇ 97 ਦੇ ਵਿੱਚ ਬੀਐਸਪੀ ਦਾ ਇੱਕੋ ਹੀ ਕੈਂਡੀਡੇਟ ਜਿੱਤਿਆ, ਸੰਗਾਰਾ ਰਾਮ ਸੰਘੋੜਾ ਗੜ ਸੰਗਤ, ਤੇ ਜਿਹੜਾ ਉਹ ਵੀ ਬੀਐਸਪੀ ਚੋਂ ਚਲਾ ਗਿਆ, ਕਿਉਂਕਿ ਬੀਐਸਪੀ 'ਚ ਵੀ ਜਿਹੜੇ ਕੱਦਾਵਰ ਲੀਡਰ ਆਏ ਉਹਦਾ ਵੀ ਸਟਰਕਚਰ ਇਹੋ ਜਿਹਾ ਬਣ ਚੁੱਕਿਆ। ਮਾਇਆਵਤੀ ਤੋਂ ਬਿਨਾਂ ਕਿਸੇ ਨੂੰ ਨਹੀਂ ਪੁੱਛਿਆ ਜਾ ਰਿਹਾ, ਤੇ ਬਾਕੀ ਸਾਰੇ ਚੱਲਦੇ ਗਏ। ਕੁਝ ਅਕਾਲੀਆਂ ਚਲੇ ਗਏ, ਕੋਈ ਕਾਂਗਰਸ 'ਚ, ਕੋਈ ਕਿਤੇ ਚਲਾ ਗਿਆ, ਕੋਈ ਬਹਿ ਗਿਆ। ਮਤਲਬ ਵੱਡੀ ਲੀਡਰਸ਼ਿਪ ਪੰਜਾਬ 'ਚ ਮਰਜ ਨਹੀਂ ਹੋਈ ਵੀ ਉਹਦੀ ਵੀ। ਇਸੇ ਤਰ੍ਹਾਂ ਅਕਾਲੀ ਦਲ ਦਾ ਹਾਲ ਸੀ। ਹੁਣ ਖਾਸ ਤੌਰ ਤੇ ਅਕਾਲੀ ਦਲ ਦਾ 2012 ਤੋਂ ਬਾਅਦ ਲਗਾਤਾਰ ਜਿਹੜਾ ਡਿਕਲਾਈਨ ਹੈ, 2017 ਦੀਆਂ ਚੋਣਾਂ ਦੇ ਵਿੱਚ ਵੀ, 2019 ਦੀਆਂ ਚੋਣਾਂ ਦੇ ਵਿੱਚ ਵੀ ਵੱਖ-ਵੱਖ ਕਿਸਮ ਦਾ ਜਿਹੜਾ ਇੱਕ ਗਿਰਾਵਟ ਹੈ। ਸਿੱਖੀ ਦੇ ਵਿੱਚੋਂ ਬੇਅਦਬੀ ਦਾ ਮੁੱਦਾ ਵੀ ਉਹ 'ਚ ਬੜਾ ਵੱਡਾ ਸੀ, ਕਰਪਸ਼ਨ ਦਾ ਮੁੱਦਾ ਵੀ ਉਹਦੇ 'ਚ ਬੜਾ ਵੱਡਾ ਮੁੱਦਾ ਸੀ, ਬੜੇ ਵੱਡੇ ਮੁੱਦੇ ਸੀ। ਔਰ ਇੰਟਰਨਲ ਪਾਰਟੀ ਡੈਮੋਕ੍ਰੇਸੀ ਦਾ ਵੀ ਬੜਾ ਮੁੱਦਾ ਸੀ, ਕਿਉਂਕਿ ਉਹਦੇ ਵੱਡੇ ਲੀਡਰ ਵੀ ਛੱਡਦੇ ਜਾ ਰਹੇ ਨੇ। ਅਕਾਲੀ ਦਲ ਦੇ ਵੀ ਬਥੇਰੇ ਵੱਡੇ ਲੀਡਰਾਂ ਨੇ ਛੱਡਿਆ ਕਿਉਂਕਿ ਇਸ ਗੱਲ ਕਰਕੇ। ਤੇ ਬੀਐਸਪੀ ਦਾ ਵੀ ਵਜੂਦ ਜਿਹੜਾ ਘਟਦਾ ਜਦੋਂ 1.5% ਤੇ ਆ ਗਿਆ। ਪਾਰਲੀਮੈਂਟ 'ਚ 1.9% ਸੀ, ਤੇ ਇਹ 'ਚ 1.5% ਆ ਗਿਆ। ਉਦੋਂ ਪਹਿਲਾਂ 1.9% ਸੀ, ਉਦੋਂ ਪਹਿਲਾਂ 2.3% ਸੀ। ਮਤਲਬ 2,34,000 ਵੋਟਾਂ ਪੰਜਾਬ 'ਚੋਂ ਪਈਆਂ ਬੀਐਸਪੀ ਨੂੰ। ਆ ਪਿਛਲੀ ਜਿਹੜੀ ਇਲੈਕਸ਼ਨ ਗੁਜ਼ਰ ਕੇ ਹਟੀ ਹੈ, ਉਹ ਵੀ ਸੁੰਗੜ ਗਈ ਸੀ ਉਸ ਮਾਮਲੇ ਦੇ ਵਿੱਚ। ਹੁਣ ਇੱਕ ਐਫਰਟ ਹੈ, ਇਹ ਐਫਰਟ ਇਹ ਨਹੀਂ ਹੈ ਕਿ ਵਿਚਾਰਧਾਰਾਵਾਂ ਦੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਨੂੰ ਕਿੱਧਰ ਲਿਜਾਣਾ ਹੈ, ਪੰਜਾਬ ਨੂੰ ਕਿਵੇਂ ਲਿਜਾਣਾ। ਪੰਜਾਬ ਦੀ ਜਿਹੜੀ ਨੇਚਰ ਸੀ, ਕਿਸੇ ਪਾਰਟੀਆਂ ਦੇ ਵਿੱਚ ਇੱਕ ਵਿਚਾਰਧਾਰਕ ਐਂਗਲ ਹੁੰਦਾ। ਅਕਾਲੀ ਦਲ ਇਸ ਗੱਲ ਕਰਕੇ ਜਾਣਿਆ ਜਾਂਦਾ ਸੀ ਕਦੇ ਹਿਸਟਰੀ ਦੇ ਵਿੱਚ ਕਿ ਉਹ ਰਾਜਾਂ ਨੂੰ ਵੱਧ ਅਧਿਕਾਰਾਂ ਦਾ ਮੁੱਦਾਈ ਹੈ, ਉਹਦੇ ਲਈ ਸਟੈਂਡ ਲੈ। ਪਰ ਜਦੋਂ ਬੀਜੇਪੀ ਦੀ ਧਿਰ 'ਚ ਚਲਾ ਗਿਆ, ਅੱਜ ਰਾਜਾਂ ਨੂੰ ਵੱਧ ਅਧਿਕਾਰ ਦੇ ਲੀਡਰ ਕੌਣ ਐਮਰਜ ਹੋ ਰਹੇ ਨੇ? ਅੱਜ ਮਮਤਾ ਬੈਨਰਜੀ ਡਟ ਕੇ ਖੜੀ ਹੈ ਕਿ ਇਸ ਰਾਜਾਂ ਦੇ ਅਧਿਕਾਰਾਂ ਦਾ ਸਵਾਲ ਹੈ। ਅੱਜ ਤਾਮਿਲਨਾਡੂ ਦੇ ਵਿੱਚ ਕਰੁਣਾਨਿਧੀ ਦਾ ਬੇਟਾ ਜਿਹੜਾ ਸਟਾਲਨ ਖੜਾ ਕਿ ਸਾਡੇ ਰਾਜ ਦਾ ਸਵਾਲ ਹੈ। ਅੱਜ ਉਹ ਜਾਣੇ ਜਾਣ ਲੱਗ ਗਏ ਨੇ। ਜਿਹੜੀ ਗੱਲ ਕਰਕੇ ਕਦੇ ਪੰਜਾਬ ਜਾਣਿਆ ਜਾਂਦਾ ਸੀ, ਪੰਜਾਬ ਦੀ ਅਕਾਲੀ ਦਲ ਜਾਣੀ ਜਾਂਦੀ ਸੀ, ਅਕਾਲੀ ਦਲ ਨੇ 370 ਦੇ ਵੀ ਪੱਖ 'ਚ ਵੋਟ ਪਾਤੀ। ਅਕਾਲੀ ਦਲ ਨੇ
ਨਾਗਰਿਕ ਸੋਧ ਬਿੱਲ ਦੇ ਵੀ ਪੱਖ 'ਚ ਵੋਟ ਪਾਤੀ। ਬੀਐਸਪੀ ਦਾ ਵੀ ਉਹੀ ਹਾਲ ਹੈ, ਕਿਉਂਕਿ ਨੈਸ਼ਨਲ ਲੈਵਲ ਤੇ ਵੀ ਬੀਐਸਪੀ ਜਿਹੜੀ ਕੀ ਕਮਜ਼ੋਰੀਆਂ ਨੇ ਉਹ ਅਲੱਗ ਸਵਾਲ ਹੈ, ਬੀਜੇਪੀ ਦੇ ਖਿਲਾਫ ਖੜੀ ਦਿਖਾਈ ਨਹੀਂ ਦੇ ਰਹੀ। ਬੀਜੇਪੀ ਅਕਾਲੀ ਦਲ ਦਾ ਮੈਨੀਫੈਸਟੋ ਸਰਬੱਤ ਦੇ ਭਲਾ ਹੋਣਾ ਚਾਹੀਦਾ ਸੀ ਸ਼ੁਰੂ ਤੋਂ। ਅਕਾਲੀ ਦਲ ਦਾ ਮੈਨੀਫੈਸਟੋ ਜ਼ੁਲਮ ਦੇ ਖਿਲਾਫ ਹੋਣਾ ਚਾਹੀਦਾ ਸ਼ੁਰੂ ਤੋਂ। ਜੇਕਰ ਉਹ ਪੰਥਕ ਪਾਰਟੀ ਉਸ ਲੈਵਲ ਦੀ ਗੱਲ ਕਰਦੀ ਹੈ ਤਾਂ ਫਿਰ ਉਹ ਜ਼ੁਲਮਾਂ ਤੇ ਜਿਹੜੇ ਮੁਸਲਮਾਨਾਂ ਤੇ ਹੋ ਰਹੇ ਨੇ, ਦਲਿਤਾਂ ਤੇ ਹੋਏ ਨੇ, ਉਹਦੇ ਤੇ ਬੋਲੇ ਕਿਉਂ ਨਹੀਂ ਕਦੇ, ਮਤਲਬ ਤੇ ਸਟੈਂਡ ਕਿਉਂ ਨਹੀਂ ਲਿਆ ਹੁਣ ਤੱਕ। ਔਰ ਜਿਹੜੇ ਬਾਕੀ ਬਾਹਰ ਹੁੰਦੇ ਰਹੇ ਨੇ, ਕਿਉਂਕਿ ਉਦੋਂ ਤੱਕ ਉਹ ਬੀਜੇਪੀ ਦੇ ਅਲਾਈ ਸੀ, ਬੀਜੇਪੀ ਦੇ ਨਾਲ ਉਹਨਾਂ ਦਾ ਸੰਬੰਧ ਸੀ। ਬੰਗਾਲ ਦੀਆਂ ਵੋਟਾਂ ਤੇ ਵੀ ਕੁਝ ਉਸ ਲੈਵਲ ਤੇ ਤੁਸੀਂ ਨਹੀਂ ਬੋਲ ਰਹੇ ਜੋ ਮਮਤਾ ਨਾਲ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਬੀਐਸਪੀ ਦੀ ਮੇਨ ਵਿਚਾਰਧਾਰਾ ਸੀ ਮਨੂਵਾਦ ਦੇ ਖਿਲਾਫ। ਮਨੂਵਾਦ ਦਾ ਮਤਲਬ ਹਿੰਦੂਤਵ ਜਿਹੜੀ ਜਾਤ ਪਾਤ ਦੀ ਇੱਕ ਪ੍ਰਥਾ ਹੈ ਉਹਦੇ ਖਿਲਾਫ ਅਸੀਂ ਲੜਨਾ ਤੇ ਉਹੀ ਹਿੰਦੂਤਵ ਦੀ ਸਿਆਸਤ ਸਭ ਤੋਂ ਜ਼ਿਆਦਾ ਹੁਣ ਚਰਮ ਤੇ ਹੈ ਯੂਪੀ 'ਚ, ਕਿਉਂਕਿ ਬੀਐਸਪੀ ਦਾ ਜ਼ਿਆਦਾ ਆਧਾਰ ਹੈ। ਤਾਂ ਉਸ ਮਨੂਵਾਦ ਦੀ ਪੋਲਿਟਿਕਸ ਖਿਲਾਫ ਕਿਹੜਾ ਅੰਦੋਲਨ ਹੋ ਰਿਹਾ ਹੈ, ਉਸ ਮਨੂਵਾਦ ਦੀ ਪੋਲਿਟਿਕਸ ਖਿਲਾਫ ਕੀ ਹੋ ਰਿਹਾ, ਇਹਦਾ ਮਤਲਬ ਸਿਆਸੀ ਵਿਚਾਰਧਾਰਾ ਦੇ ਆਧਾਰ ਤੇ ਦੋਨੋਂ ਪਾਰਟੀਆਂ ਖੜ ਕੇ ਲੜਦੀਆਂ ਦਿਖਾਈ ਦਿੰਦੀਆਂ। ਹੁਣ ਇਹ ਤਾਂ ਦਿਖਾਈ ਨਹੀਂ ਦੇ ਰਿਹਾ। ਹੁਣ ਨੰਬਰ ਦੀ ਗੇਮ ਹੈ ਵੀ ਚਲੋ ਥੋੜਾ ਬਹੁਤ ਸ਼ਾਇਦ ਇਧਰੋਂ ਫਾਇਦਾ ਹੋ ਜੇ, ਉਹਦੇ ਨਾਲ 100 ਮਤਲਬ 1% ਵੋਟ ਉਹਦੇ 'ਚ ਜੁੜ ਜੇ, ਦੂਜੇ ਦੀ ਉਹਦੇ ਜੁੜ ਜੇ, ਸ਼ਾਇਦ ਸਾਡਾ ਕੁਛ ਨਾ ਕੁਛ ਅੱਗੇ ਚੋਣਾਂ ਦੇ ਵਿੱਚ ਬਣ ਜੇ। ਇੱਕ ਤਾਂ ਇਸ ਅਲਾਇੰਸ ਨੂੰ ਇਹ ਸਮਝਣਾ ਕਿ ਕੋਈ ਵਿਚਾਰਧਾਰਾ ਦਾ ਅਲਾਇੰਸ ਹੈ, ਜਾਂ ਇਹਦੇ ਨਾਲ ਕੋਈ ਸੂਬੇ ਦੀ ਸਿਆਸਤ ਬਦਲ ਜੂਗੀ, ਜਾਂ ਇਹਦੇ ਨਾਲ ਕੋਈ ਲੋਕਾਂ ਦਾ ਭਲਾ ਹੋਣ ਵਾਲਾ ਹੈ, ਇਹੋ ਜਿਹਾ ਤਾਂ ਕੁਝ ਨਹੀਂ ਦਿਖਾਈ ਦੇ ਰਿਹਾ। ਕਿਉਂਕਿ ਵਿਚਾਰਧਾਰਾ ਦਾ ਐਂਗਲ ਤਾਂ ਇਹਦੇ 'ਚ ਡਿਸਕਸ ਹੀ ਨਹੀਂ ਹੋ ਰਿਹਾ, ਸਾਡੀ ਸਟੇਟ 'ਚ ਡਿਸਕਸ ਨਹੀਂ ਹੋ ਰਿਹਾ ਕਿ ਕੀ ਕਰਨਾ। ਅਗਲੀ ਗੱਲ ਇਹ ਵੀ ਪ੍ਰੈਕਟੀਕਲ ਸਵਾਲ ਹੈ ਕਿ ਕਿੰਨੇ ਕੁ ਲੋਕ ਇੱਕ ਦੂਜੇ ਨੂੰ ਵੋਟਾਂ ਪਾ ਸਕਣਗੇ, ਕਿਉਂਕਿ ਦਲਿਤ ਵੀ ਕੋਈ ਹੋਮੋਜੀਨੀਅਸ ਗੱਲ ਨਹੀਂ ਹੈ, ਇੱਕੋ ਜਿਹੇ ਰੂਪ ਨਹੀਂ ਹੈ। 39 ਡਿਫਰੈਂਟ ਜਾਤਾਂ ਨੇ ਪੰਜਾਬ ਦੇ ਵਿੱਚ, 39, ਉਹਦੇ ਵਿੱਚੋਂ 2-3 ਤਾਂ ਮੇਜਰ ਨੇ। ਵਾਲਮੀਕੀ ਭਾਈਚਾਰਾ ਤੇ ਦੂਜੇ ਪਾਸੇ ਰਵਿਦਾਸੀਆ ਜਾਂ ਰਾਮਦਾਸ ਭਾਈਚਾਰਾ ਜਿਹੜਾ ਵੱਡੇ ਭਾਈਚਾਰੇ, ਉਹਨਾਂ ਦੇ ਵੀ ਵਿਹੜੇ ਵੀ ਅਲੱਗ ਨੇ। ਜੇਕਰ ਆਪਾਂ ਪਿੰਡਾਂ 'ਚ ਜਾਂ ਬਾਕੀ ਜਗ੍ਹਾ ਦੇਖਦੇ ਆ, ਦੋਨੇ ਉਹ ਵੀ ਇੱਕ ਜਗ੍ਹਾ ਨਹੀਂ ਰਹਿ ਰਹੇ। ਦੋਨਾਂ ਦਾ ਮਤਲਬ ਵਿਵਹਾਰ ਵੀ ਉਸ ਪੱਧਰ ਤੇ ਨਹੀਂ, ਇੱਕੋ ਜਿਹਾ ਕਰਨ ਦੀ ਕੋਸ਼ਿਸ਼ ਵੀ ਕਿਤੋਂ ਨਹੀਂ ਹੋਈ, ਜਾਂ ਉਸ ਲੈਵਲ ਦੀ ਐਫਰਟ ਵੀ ਇੱਕ ਲੈਵਲ ਦੀ ਦਿਖਾਈ ਦਿੱਤੀ। ਔਰ ਇਸੇ ਕਰਕੇ ਉਹ ਜੇਕਰ ਇਹ ਸਮਝਿਆ ਜਾਏ ਕਿ ਇਹਦੇ ਨਾਲ ਇਹ ਗੱਠਜੋੜ ਹੋ ਗਿਆ, ਇਹਦੇ ਨਾਲ ਫਰਕ ਪਊ। ਔਰ ਜੇ ਵੋਟਾਂ ਦੇ ਲਿਹਾਜ਼ ਨਾਲ ਵੀ ਇਹ ਦੇਖਦੇ, ਜੇ ਬੀਜੇਪੀ ਨੂੰ 1.5% ਪਈ ਹੈ, 32% ਵੋਟ ਹੈ, ਪਾਪੂਲੇਸ਼ਨ ਹੈ, ਤਾਂ ਉਹ 1.5 ਚੋਂ ਜੇ ਦਲਿਤਾਂ ਦੀ ਵੀ ਸਾਰੀ ਲਾ ਲਓ, ਬੀਜੇਪੀ ਨੂੰ 1.5% ਪਈ ਹੈ, ਤਾਂ ਬਾਕੀ ਦਾ ਕਿੰਨੇ ਪਰਸੈਂਟੇਜ ਕਿੱਧਰ, ਮਤਲਬ ਇਹਦਾ ਮਤਲਬ ਹੋਰਾਂ ਪਾਰਟੀਆਂ ਨੂੰ ਪੈ ਰਹੀ ਹੈ। ਕਾਂਗਰਸ ਨੂੰ ਵੀ ਪਈ ਪਹਿਲਾਂ ਹੀ, ਅਕਾਲੀ ਦਲ ਨੂੰ ਵੀ ਪਈ, ਆਮ ਆਦਮੀ ਪਾਰਟੀ ਨੂੰ ਵੀ ਪਈ, ਆਲਰੇਡੀ ਵੀ ਪੈ ਰਹੀਆਂ ਨੇ ਉਹ ਵੋਟਾਂ। ਹਾਂ, ਜਿਹੜਾ ਸੀਟਾਂ ਦੀ ਵੰਡ ਦੇ ਮਾਮਲੇ 'ਚ ਹੈ, ਮੈਨੂੰ ਲੱਗਦਾ ਉਹਦੇ 'ਚ ਅਕਾਲੀ ਦਲ ਨੂੰ ਥੋੜਾ ਫਾਇਦਾ ਹੁੰਦਾ ਨਜ਼ਰ ਆ। ਉਹਦਾ ਕਾਰਨ ਹੈ ਕਿ ਬੀਐਸਪੀ ਨੂੰ ਉਹਨਾਂ ਨੇ ਉਹ ਸੀਟਾਂ ਦਿੱਤੀਆਂ ਨੇ ਆਮ ਤੌਰ ਤੇ ਜਿੱਥੇ ਅਕਾਲੀ ਦਲ ਨਾਰਮਲੀ ਜਿੱਤਣ ਦੀ ਪੋਜੀਸ਼ਨ 'ਚ ਨਹੀਂ ਹੁੰਦਾ ਪਹਿਲਾਂ ਵੀ। ਜਿਵੇਂ ਮੋਹਾਲੀ ਸੀਟ ਹੈ, ਜੇਕਰ ਕੋਈ ਜਨਰਲ ਇਧਰਲੇ ਸੀਟ 'ਚ ਵੀ ਕਹੀਏ ਨਹੀਂ ਜਿੱਤ ਰਿਹਾ ਅਕਾਲੀ ਦਲ ਲੰਬੇ ਸਮੇਂ ਤੋਂ, ਤੇ ਉਹਨਾਂ ਨੇ ਕਹਿਤਾ ਚੱਲ ਬੀਐਸਪੀ ਨੂੰ ਦੇ ਦਿੰਦੇ ਆ ਮੋਹਾਲੀ ਦੀ ਸੀਟ। ਈਵਨ ਦੁਆਬੇ ਦੇ ਵਿੱਚ ਤਾਂ ਕੁਝ ਸੀਟਾਂ ਹੈ ਹੀ ਨੇ ਜਿਹੜੀਆਂ ਬੀਐਸਪੀ ਦੀਆਂ ਜੇਤੂ ਸੀ ਵਰਗੀਆਂ ਸੀਟਾਂ ਸੀ, ਜਿਵੇਂ ਗੜ੍ਹਸ਼ੰਕਰ ਸੀਟ ਸੀ। ਔਰ ਇੱਥੇ ਬੀਐਸਪੀ ਹਮੇਸ਼ਾ ਜਾਂ ਦੂਜੇ ਨੰਬਰ ਤੇ ਰਹੀ ਤਾਂ ਜਾਂ ਇੱਕ ਅੱਧੀ ਵਾਰ 97 ਤੱਕ ਜਿੱਤਦੀ ਵੀ ਰਹੀ ਹੈ। ਉਹ ਸੀਟ ਵੀ ਬੀਐਸਪੀ ਨੂੰ ਨਹੀਂ ਗਈ। ਇਸੇ ਤਰ੍ਹਾਂ ਫਲੌਰ ਦੀ ਸੀਟ ਸੀ, ਵੱਖ-ਵੱਖ ਟਾਈਪ ਦੀਆਂ ਕਈ ਸੀਟਾਂ ਜਿਹੜੀਆਂ ਤੇ ਬੀਐਸਪੀ ਉੱਥੇ ਦੁਆਬੇ ਦੇ ਵਿੱਚ ਵੀ ਉਹਨਾਂ ਨੂੰ ਛੱਡੀਆਂ ਨੇ, ਜਿਵੇਂ ਕਰਤਾਰਪੁਰ, ਫਗਵਾੜਾ ਜਾਂ ਜਿਹੜੀਆਂ ਇਹ ਸੀਟਾਂ ਛੱਡੀਆਂ। ਉਧਰ ਪਠਾਨਕੋਟ 'ਚ ਉਹ ਸੀਟਾਂ ਛੱਡੀਆਂ ਜਿਹੜੀਆਂ ਬੀਜੇਪੀ ਕੋਲ ਸੀ, ਚਾਹੇ ਭੋਆ, ਚਾਹੇ ਪਠਾਨਕੋਟ ਹੈ, ਚਾਹੇ ਵੱਖ-ਵੱਖ ਜਿਹੜੀਆਂ ਹੋਰ ਹੈਗੀਆਂ ਨੇ 20 ਸੀਟਾਂ ਛੱਡਤੀਆਂ। ਉਹਨਾਂ 'ਚੋਂ ਕੋਈ ਬਹੁਤੀਆਂ ਸੀਟਾਂ ਇਹੋ ਜਿਹੀਆਂ ਨੇ ਜਿਹੜੀਆਂ ਜੇਤੂ ਹੈਸੀਅਤ ਵਾਲੀਆਂ ਸੀਟਾਂ। ਤੇ ਇਦੋਂ ਪਹਿਲਾਂ ਇੱਕ ਟਕਰਾਅ ਵੀ ਰਿਹਾ, ਕਿੰਨੇ ਲੀਡਰ ਜਿਹੜੇ ਨੇ ਜਿਹੜੇ ਅਕਾਲੀ ਦਲ 'ਚ ਗਏ ਬੀਐਸਪੀ ਦੇ ਤੇ ਐਮਐਲਏ ਉਧਰੋਂ ਬੜੇ। ਪਵਨ ਕੁਮਾਰ ਟੀ ਨੂੰ ਬੀਐਸਪੀ ਦੇ ਮੇਨ ਲੀਡਰਾਂ 'ਚੋਂ ਮੰਨਿਆ ਜਾਂਦਾ ਸੀ, ਉਹ ਅਕਾਲੀ ਦਲ 'ਚ ਜਾ ਕੇ ਐਮਐਲਏ 2 ਵਾਰ ਉੱਥੋਂ ਆਦਮਪੁਰ ਤੋਂ ਅਕਾਲੀ ਦਲ 'ਚ ਚਲਾ ਗਿਆ। ਤੇ ਇਸੇ ਤਰ੍ਹਾਂ ਬਲਵਿੰਦਰ ਕੁਮਾਰ ਹੈ, ਉਹ ਅਕਾਲੀ ਦਲ ਦਾ ਐਮਐਲਏ ਬਣਿਆ ਤੇ ਬੀਐਸਪੀ 'ਚ ਉਹਨੇ ਲਗਭਗ 28,000 ਵੋਟ ਲਈ ਸੀ ਪਹਿਲਾਂ ਜਦੋਂ ਬੀਐਸਪੀ 'ਚੋਂ ਖੜਿਆ ਸੀ ਪਿਛਲੇ ਵਾਰ। ਇਸ ਤਰ੍ਹਾਂ ਉਹ ਬੰਦੇ ਅਕਾਲੀ ਦਲ 'ਚ ਸ਼ਿਫਟ ਹੋ ਗਏ ਆਲਰੇਡੀ। ਇਹ ਇੱਕ ਬੀਐਸਪੀ ਦਾ ਟ੍ਰੈਂਡ ਵੀ ਬਣ ਗਿਆ। ਜੇ ਦੂਜੇ ਸੂਬਿਆਂ 'ਚ ਵੀ ਦੇਖੀਏ ਜਿੱਥੇ ਥੋੜੇ ਜਿੱਤਦੇ ਨੇ, ਕਿਤੇ ਮੱਧ ਪ੍ਰਦੇਸ਼ 2 ਜਿੱਤ ਗਏ, ਕਿਤੇ 1 ਜਿੱਤ ਗਿਆ, ਕਿਤੇ ਰਾਜਸਥਾਨ 'ਚ ਥੋੜੇ ਜਿੱਤ ਗਏ, ਉਹ ਬੰਦੇ ਵੀ ਪਾਰਟੀ ਬਦਲ ਲੈਂਦੇ ਨੇ ਫਿਰ ਉਸ ਤੋਂ ਬਾਅਦ ਜਾ ਕੇ। ਜੇ ਤੁਸੀਂ ਵਿਚਾਰਧਾਰਾ ਤੋਂ ਪਾਰਟੀਆਂ ਉਹਨਾਂ ਨੂੰ, ਕਿਉਂਕਿ ਐਂਟੀ ਡਿਫੈਕਸ਼ਨ ਲਾ ਲਾਗੂ ਨਹੀਂ ਹੁੰਦਾ, ਪਾਰਲੀਮੈਂਟਰੀ ਪਾਰਟੀ ਤੇ ਹੁੰਦਾ। ਜੇ 2 ਹੀ ਜਿੱਤੇ ਨੇ 2 ਹੀ ਚਲੇ ਗਏ ਫਿਰ ਤਾਂ ਕੋਈ ਫਰਕ ਨਹੀਂ ਪੈਣਾ, ਫਿਰ ਉਹ ਰਹਿੰਦੇ ਨੇ ਉਸ ਲੈਵਲ ਤੇ। ਇਸ ਕਰਕੇ ਬੀਐਸਪੀ ਵੀ ਬਾਰ-ਬਾਰ ਅਲਾਇੰਸ ਕਰਨ ਤੇ ਤੋੜਨ ਲਈ ਜਾਣੀ ਜਾਂਦੀ ਹੈ ਤੇ ਅਕਾਲੀ ਦਲ ਨੇ ਵੀ ਡਿਚ ਕੀਤਾ ਇਹਨੂੰ। ਕੱਲੀ ਬੀਜੇਪੀ ਨਾਲ ਉਹਨੇ
ਮਜਬੂਰੀ ਚ ਤੋੜਿਆ, ਹੁਣ ਆ ਕੇ 25 ਸਾਲ ਚੱਲਿਆ, ਉੱਥੇ ਵਿਚਾਰਧਾਰਾ ਸਿਲੰਡਰ ਕਰਤੀ ਬੀਜੇਪੀ ਦੇ ਸਾਹਮਣੇ, ਤੇ ਇੱਥੇ ਅਲਾਇੰਸ ਤੋੜਿਆ ਬੀਐਸਪੀ ਨਾਲ। ਜਿਹੜਾ ਜੇ 96 ਵਾਲਾ ਅਲਾਇੰਸ ਸੀ ਉਹ 97 ਚ ਕਿਉਂ ਨਹੀਂ ਸੀ ਜਾਰੀ ਰਹਿ ਸਕਦਾ ਵਿਧਾਨ ਸਭਾ ਚੋਣਾਂ ਦੇ ਵਿੱਚ, ਜਾਂ ਉਦੋਂ ਅੱਗੇ ਕਿਉਂ ਨਹੀਂ ਸੀ ਉਸ ਲੈਵਲ ਤੇ ਚੱਲ ਸਕਦਾ। ਇਸ ਲਈ ਇਹ ਮੈਨੂੰ ਲੱਗਦਾ ਜਿਵੇਂ ਕਹਿੰਦੇ ਨਾ ਮੈਰਿਜ ਆਫ ਕਨਵੀਨੀਅੰਸ ਹੈ, ਕਿ ਦੋਨਾਂ ਨੂੰ ਸੂਟ ਕਰਦੀ ਹੈ, ਦੋਨਾਂ ਦਾ ਹੁਣ ਗ੍ਰਾਫ ਹਜੇ ਉਸ ਲੈਵਲ ਤੇ ਨਹੀਂ ਸੀ, ਤੇ ਕਿਸੇ ਢੰਗ ਦੇ ਨਾਲ ਕੋਈ ਅਲਾਇੰਸ ਕਰਕੇ ਇੱਕ ਉਸ ਲੈਵਲ ਦੀ ਗੱਲ ਹੈ। ਹਾਂ, ਇਹ ਵੀ ਅਕਾਲੀ ਦਲ ਨੇ ਕਿਹਾ ਕਿ ਸਾਡੀ ਸੀਪੀਆਈ ਸੀਪੀਐਮ ਨਾਲ ਵੀ ਗੱਲ ਚੱਲ ਰਹੀ ਹੈ, ਬਾਕੀ ਤੁਹਾਡੇ ਗਰੁੱਪਾਂ ਨਾਲ ਵੀ ਗੱਲ ਚੱਲ ਰਹੀ ਹੈ। ਕੀ ਵਿਚਾਰ ਬਦਲੇਗਾ? ਕਿ ਅਕਾਲੀ ਦਲ ਆਪਣੇ ਪੁਰਾਣੇ ਏਜੰਡੇ ਤੇ ਆਏਗਾ, ਜਿਹੜਾ ਏਜੰਡਾ ਜਾਤ ਪਾਤ ਰਹਿਤ ਏਜੰਡਾ ਹੈ, ਜਿਹੜਾ ਏਜੰਡਾ ਸਰਬੱਤ ਦੇ ਭਲੇ ਦਾ ਏਜੰਡਾ ਹੈ, ਜਿਹੜਾ ਏਜੰਡਾ ਕਰਪਸ਼ਨ ਦੇ ਖਿਲਾਫ ਹੈ, ਜਿਹੜਾ ਏਜੰਡਾ ਰਾਜਾਂ ਦੇ ਵੱਧ ਅਧਿਕਾਰਾਂ ਦੇ ਪੱਖ 'ਚ ਹੈ, ਜਿਹੜਾ ਏਜੰਡਾ ਦੇਸੀ ਸਿੰਪਲ ਜਥੇਦਾਰੀ ਵਾਲਾ ਹੈ ਕਿ ਉਹ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਜੋ ਕੇ ਆਪਣੇ ਤਰੀਕੇ ਦੇ ਨਾਲ ਲੋਕਾਂ 'ਚ ਵਿਚਰਨਗੇ, ਜਾਂ ਉੱਥੇ ਇੱਕ ਪਰਿਵਾਰ ਦਾ ਰਾਜ ਨਹੀਂ ਰਹੂਗਾ, ਜਾਂ ਉੱਥੇ ਇੱਕ ਵਿਅਕਤੀ ਦਾ ਰਾਜ ਨਹੀਂ ਚੱਲੂਗਾ। ਕੀ ਉਹ ਏਜੰਡਾ ਬਦਲੇਗਾ ਟੋਟਲ? ਜੇ ਤਾਂ ਏਜੰਡਾ ਬਦਲਦਾ ਫਿਰ ਤਾਂ ਕਿਸੇ ਅਲਾਇੰਸ ਦਾ ਫਾਇਦਾ ਹੈ ਨਾ ਦਾ ਵੀ। ਇਹ ਠੀਕ ਹੈ ਕਿ ਕਿਰਤੀ ਕੰਮ ਇੱਕ ਜਗ੍ਹਾ ਇਕੱਠੇ ਹੋਣ ਦਾ ਜਿਹੜਾ ਇੱਕ ਮਾਹੌਲ ਉਸ ਨਾਲ, ਪਰ ਕੀ ਅਕਾਲੀ ਦਲ ਦਾ ਜਿਹੜਾ ਹੇਠਲਾ ਵੋਟਰ ਹੈ, ਪਿੰਡ ਦਾ ਸਰਪੰਚ ਪੰਚ ਤੋਂ ਲੈ ਕੇ, ਜਿਹਦੇ ਥਰੂ ਵੱਖ-ਵੱਖ ਪਿੰਡਾਂ 'ਚ ਕਈ ਜਗ੍ਹਾ ਪੰਚਾਇਤੀ ਮਤੇ ਪੈ ਜਾਂਦੇ ਨੇ ਜਾ ਕੇ ਕਿ ਐਡੀ ਦਿਹਾੜੀ ਆ ਤਾਂ ਠੀਕ ਹੈ, ਨਹੀਂ ਤਾਂ ਕੰਮ ਨਹੀਂ ਕਰਨ ਦੇਾਂਗੇ, ਉਹਦੀ ਸੋਚ 'ਚ ਵੀ ਤਬਦੀਲੀ ਲਿਆਊਗਾ ਅਕਾਲੀ ਦਲ ਕਿਸੇ ਤਰੀਕੇ ਦੇ ਨਾਲ, ਕਿ ਕਾਸਟਲੈਸ ਉਸ ਐਂਗਲ ਦੀ ਗੱਲ ਚਲਾਊਗਾ ਕਿ ਨਹੀਂ ਚਲਾਊਗਾ। ਵੱਡੇ ਕੁਐਸਚਨ ਤਾਂ ਵਿਚਾਰਧਾਰਾ ਦੇ ਸਵਾਲ, ਉਹ ਵਿਚਾਰਧਾਰਾ ਦੀ ਤਾਂ ਕੋਈ ਗੱਲ ਉਸ ਲੈਵਲ ਤੇ ਨਹੀਂ ਹੋ ਰਹੀ। ਇਹ ਤਾਂ ਜਿੱਤਣ ਦੀ ਗੱਲ ਹੋ ਰਹੀ ਹੈ, 22 ਚ ਜਿੱਤਾਂਗੇ ਅਜੇ, ਪਰ ਜਿੱਤ ਵੀ ਬਹੁਤ ਦੂਰ ਦੀ ਗੱਲ ਹੈ। ਹਜੇ ਤੱਕ ਖੜਾ ਹੋਣਾ, ਭਰੋਸੇਯੋਗਤਾ ਬਹਾਲ ਕਰਨਾ, ਜਿੰਨੀ ਵੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਕਿ ਕਿੰਨੇ ਕਮੈਂਟ ਆ ਰਹੇ ਨੇ, ਹਜੇ ਵੀ ਕੋਈ ਲੋਕ ਅਕਾਲੀ ਦਲ ਦੇ ਜਾਂ ਇਹਦੇ ਕਿਸੇ ਦੇ ਫੇਵਰ ਚ ਨਹੀਂ ਹੈ। ਹਜੇ ਐਡਾ ਵੱਡਾ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉਹਦੇ ਵਿੱਚ ਹੀ ਤੁਸੀਂ ਆਪਣੀਆਂ ਸੀਟਾਂ ਕੱਢਣੀਆਂ ਚਾਹੁੰਦੇ ਹੋ, ਬਾਕੀ ਚੀਜ਼ਾਂ ਚਾਹੁੰਦੇ ਹੋ। ਤੁਸੀਂ ਜਿਹੜੇ ਲੋਕਾਂ ਦੀ ਹੋਂਦ ਦੇ ਸਵਾਲ ਨੇ ਬੜੇ ਵੱਡੇ, ਤੁਸੀਂ ਰੁਜ਼ਗਾਰ ਕਿਵੇਂ ਦਿਓਗੇ, ਉਹ ਏਜੰਡਾ ਤੁਹਾਡੇ ਕੋਲ ਕਿੱਥੇ ਹੈ? ਵਾਤਾਵਰਣ ਪਲੀਤ ਹੋ ਗਿਆ, ਏਜੰਡਾ ਤੁਹਾਡੇ ਕੋਲ ਕਿੱਥੇ ਹੈ? ਪੰਜਾਬ ਦਾ ਪਾਣੀ ਮੁੱਕਦਾ ਜਾ ਰਿਹਾ, ਏਜੰਡਾ ਤੁਹਾਡੇ ਕੋਲ ਕਿੱਥੇ ਹੈ? ਉਹ ਸਾਰੇ ਏਜੰਡਿਆਂ ਦਾ ਸਵਾਲ ਹੈ ਨਾ ਪੰਜਾਬ ਦਾ। ਪੰਜਾਬ ਦਾ ਸਵਾਲ ਕੱਲਾ ਲੀਡਰਾਂ ਦੀ ਏਕਤਾ ਦਾ ਨਹੀਂ, ਲੀਡਰਾਂ ਤੋਂ ਵੀ ਅੱਗੇ ਹੇਠਾਂ ਵਰਕਰਾਂ ਦਾ ਵੀ ਸਵਾਲ ਹੈ। ਹੁਣ ਜਿਹੜੀਆਂ ਜਗ੍ਹਾ ਤੇ ਪਿੰਡਾਂ ਦੇ ਵਿੱਚ ਦਲਿਤ ਭਾਈਚਾਰਾ ਤੇ ਜੱਟ ਭਾਈਚਾਰਾ ਆਮੋ ਸਾਹਮਣੇ ਖੜ ਗਏ ਹਨ, ਵੱਖ-ਵੱਖ ਕੰਟਰਾਡਿਕਸ਼ਨਾਂ ਦੇ ਕਾਰਨ, ਇੱਕ ਆਮ ਸਕੀਮ ਹੈ ਕਿ ਮਨਰੇਗਾ ਵਰਗੀਆਂ ਯੋਜਨਾਵਾਂ ਨੇ, ਉੱਥੇ ਵੀ ਟਕਰਾਏ ਕਈ ਵਾਰ ਹੋ ਰਹੇ ਨੇ। ਤੀਜੇ ਹਿੱਸੇ ਦੀ ਜ਼ਮੀਨ ਨੂੰ ਲੈ ਕੇ, ਸਾਮਲਾਟ ਜ਼ਮੀਨ ਤੇ ਬੋਲੀ ਨੂੰ ਲੈ ਕੇ ਵੀ ਕਿੰਨੇ ਪਿੰਡਾਂ 'ਚ ਟਕਰਾ ਹੋ ਰਹੇ ਨੇ। ਬਾਕੀ ਨੇ ਉਹਨੂੰ ਕਿਵੇਂ ਰਿਜ਼ੋਲਵ ਕਰਨਾ? ਜਾਂ ਤਾਂ ਤੁਸੀਂ ਉਸ ਪਾਸੇ ਚੱਲੋ, ਤੁਸੀਂ ਕਹਿੰਦੇ ਹੋ ਵੀ ਅਸੀਂ ਇਹਨੂੰ ਰਿਜ਼ੋਲਵ ਕਰਾਂਗੇ, ਅਸੀਂ ਆਪਣੇ ਬੰਦਿਆਂ ਨੂੰ ਸਮਝਾਵਾਂਗੇ, ਤੇ ਉਹ ਬੰਦੇ ਇਕਜੁੱਟ ਹੋ ਕੇ ਹੁਣ ਆਪਸ ਦੇ ਵਿੱਚ ਕੰਮ ਕਰਨਗੇ। ਜੇ ਤਾਂ ਉਹ ਤਬਦੀਲੀ ਹੈ, ਫਿਰ ਤਾਂ ਇੱਕ ਵਿਚਾਰਧਾਰਕ ਤਬਦੀਲੀ ਆਏਗੀ। ਜੇਕਰ ਇੰਨਾ ਹੀ ਹੈ ਵੀ ਵੋਟ ਖੜ ਗਿਆ, ਉਹਨਾਂ ਦਾ ਉੱਥੇ ਖੜਨਾ ਨਹੀਂ, ਉਹਨਾਂ ਦੀ ਮਜਬੂਰੀ ਹੈ, ਸਾਨੂੰ ਵੀ ਵੋਟ ਪਏਗੀ। ਮੇਰਾ ਖਿਆਲ ਹੈ ਸਿਆਸਤ 'ਚ ਜ਼ਰੂਰੀ ਨਹੀਂ ਐ ਵੋਟਾਂ ਪੈਂਦੀਆਂ ਨੇ, ਇੱਕ ਦੂਜੇ ਨੂੰ ਟਰਾਂਸਫਰ ਹੋ ਜਾਂਦੀਆਂ ਨੇ ਜਾਂ ਨਹੀਂ ਹੋ ਜਾਂਦੀਆਂ ਨੇ। ਇਹ ਬੜਾ ਔਖਾ ਜਿਹਾ ਕੁਐਸਚਨ ਹੈ, ਤੇ ਨਾਲੇ ਅਜੇ ਟਾਈਮ ਵੀ ਕਾਫੀ ਪਿਆ, ਤੇ ਉਦੋਂ ਤੱਕ ਕਿਹੋ ਜਿਹਾ ਮਾਹੌਲ ਬਣਦਾ, ਕਿਸ ਤਰੀਕੇ ਨਾਲ ਚੱਲਦਾ। ਔਰ ਅਗਲੀ ਗੱਲ ਇੱਕ ਇਹ ਵੀ ਹੈ ਕਿ ਬੀਐਸਪੀ ਦਾ ਵੀ ਕੇਡਰ ਕੱਲਾ ਉਹ 20 ਸੀਟਾਂ ਤੇ ਨਹੀਂ, ਬਾਕੀ ਸੀਟਾਂ ਵਾਲਾ ਜਿਹੜਾ ਉਹਦੇ ਲਈ ਦਮਦਾਰ ਲੱਗਿਆ, ਜਿਹੜਾ ਉਹ ਲੜਨਾ ਚਾਹੁੰਦਾ ਸੀ ਚੋਣਾਂ ਤੇ, ਉਹਦੇ ਤੇ ਕੀ ਅਸਰ ਪਊਗਾ? ਇਹ ਵੱਡਾ ਸਵਾਲ ਹੈ। ਅਕਾਲੀ ਦਲ ਨੇ ਤਾਂ ਲਗਭਗ ਉਹੀ ਜਿਹੀਆਂ ਸੀਟਾਂ ਦੇ ਦਿੱਤੀਆਂ, ਚਲੋ ਜਿਹੜੀਆਂ ਸੀਟਾਂ ਤੇ ਪਹਿਲਾਂ ਬੀਜੇਪੀ ਨੂੰ ਦਿੰਦੇ ਸੀ, ਥੋੜੀਆਂ ਬਹੁਤੀਆਂ ਇਦੋਂ ਡਿਫਰੈਂਟ ਨੇ, ਜਿੱਥੇ ਉਹ ਨਹੀਂ ਜਿੱਤ ਰਹੇ ਉਹ ਦੇਤੀਆਂ। ਉਹਦੇ ਚ ਓਡਾ ਵੱਡਾ ਸ਼ਾਇਦ ਸਵਾਲ ਪੈਦਾ ਨਾ ਹੋ। ਬੀਐਸਪੀ ਤਾਂ ਹੋਊਗਾ ਹੀ, ਫਿਰ ਵੀ ਅਸੀਂ ਵੀ ਤਾਂ ਲੜਨਾ ਸੀ, ਅਸੀਂ ਕਿੱਥੇ ਗਏ? ਪਹਿਲਾਂ ਹੀ ਬੀਐਸਪੀ ਟੁੱਟ ਰਹੀ ਹੈ, ਕਈ ਲੀਡਰ ਜਾ ਰਹੇ ਨੇ। ਸੰਭਵ ਹੈ ਕਿ ਪਾਰਟੀਆਂ ਚੋਂ ਦਲ ਬਦਲੀਆਂ ਵੀ ਹੁੰਦੀਆਂ ਨੇ, ਜੇ ਇੱਕ ਪਾਰਟੀ ਇੱਕ ਨੂੰ ਟਿਕਟ ਨਹੀਂ ਦਿੰਦੀ, ਦੂਜੀ ਨੂੰ ਟਿਕਟ ਦੇ ਦਿੰਦੀ ਹੈ, ਦੂਜੀ ਨੂੰ ਤੀਜੀ ਨੂੰ ਦੇ ਦਿੰਦੀ ਹੈ। ਇਸ ਕਰਕੇ ਇਹ ਇੱਕ ਕੇਵਲ ਚੋਣ ਜਿੱਤਣ ਦੀ ਸਟ੍ਰੈਟਜੀ ਦਾ ਇੱਕ ਹਿੱਸਾ ਤਾਂ ਹੈਗਾ, ਔਰ ਇਹਦਾ ਇੱਕ ਲੈਵਲ ਦਾ ਅਸਰ ਪਊਗਾ, ਕਿਉਂਕਿ ਇੱਕ ਪਰਸੈਪਸ਼ਨ ਬਣਦੀ ਹੁੰਦੀ ਹੈ ਕਿ ਦੇਖੋ ਜੀ 2 ਇਕੱਠੇ ਹੋ ਗਏ, ਕੱਲ ਨੂੰ 4 ਇਕੱਠੇ ਹੋ ਗਏ, ਥੋੜਾ ਜਿਹਾ ਫਰਕ ਤਾਂ ਪਊਗਾ। ਪਰ ਪੰਜਾਬ ਨੂੰ ਕੋਈ ਫਾਇਦਾ ਹੋਣਾ ਹੈ ਜਾਂ ਸਰਕਾਰ ਬਣੇ ਜਾਏਗੀ ਇਹਦੇ ਨਾਲ, ਇਹ ਅਜੇ ਨਹੀਂ ਕਹਿ ਸਕਦਾ। ਪੰਜਾਬ ਨੂੰ ਫਾਇਦਾ ਹੋਣ ਦੀ ਸੰਭਾਵਨਾ ਨਹੀਂ ਹੈ, ਕਿਉਂਕਿ ਤੁਹਾਡੀ ਅਪਰੋਚ 'ਚ ਤਬਦੀਲੀ ਨਹੀਂ। ਤੁਸੀਂ ਜਿਹੜੀਆਂ ਪੁਰਾਣੀਆਂ ਗਲਤੀਆਂ ਹੋਈਆਂ ਉਹ ਤੋਂ ਸਿੱਖਣ ਲਈ ਤਿਆਰ ਨਹੀਂ ਹੈ। ਅੱਜ ਤੱਕ ਅਕਾਲੀ ਦਲ ਨੇ 10 ਸਾਲਾਂ ਦੇ ਉਹਦੇ ਰਾਜ ਦੇ ਦੌਰਾਨ ਜੋ ਗਲਤੀਆਂ ਹੋਈਆਂ, ਉੱਤੇ ਬੈਠ ਕੇ ਆਪਣੀ ਪਾਰਟੀ ਦੇ ਅੰਦਰ ਵੀ ਮਹਿਸੂਸ ਨਹੀਂ ਕੀਤਾ ਕਿ ਸਾਡੇ ਤੋਂ ਆਹ ਗਲਤੀਆਂ ਹੋਈਆਂ ਨੇ। ਪਬਲਿਕਲੀ ਮੰਨਣਾ ਤਾਂ ਬਹੁਤ ਦੂਰ ਦੀ ਗੱਲ ਹੈ। ਪਬਲਿਕਲੀ ਮੰਨਣ ਦਾ ਸਵਾਲ ਹੁੰਦਾ ਕਿ ਆਹ ਗਲਤੀਆਂ ਨੇ, ਚਾਹੇ ਉਹ ਬੇਅਦਬੀ ਦਾ ਮੁੱਦਾ ਦਾ ਸਵਾਲ ਹੈ, ਚਾਹੇ ਉਹ ਨਸ਼ੇ ਦਾ ਸਵਾਲ ਹੈ, ਤੁਹਾਡੇ ਦੌਰਾਨ ਇੰਨਾ ਵੱਧਦਾ ਰਿਹਾ, ਅੱਜ ਵੀ ਚੱਲ ਰਿਹਾ, ਇਹ ਨਹੀਂ ਕਿ ਹੁਣ ਮੁੱਕ ਗਿਆ। ਪਰ ਅਕਾਲੀ ਦਲ ਤੋਂ ਲੋਕ ਹੋਰ ਤਵੱਕੋ ਰੱਖਦੇ ਸੀ, ਕਿਉਂਕਿ ਉਹ 100 ਸਾਲ ਦੀ ਅੰਦੋਲਨਾਂ ਚੋਂ ਨਿਕਲੀ ਪਾਰਟੀ ਹੈ, ਤਿਆਗ ਤੇ ਕੁਰਬਾਨੀ ਚੋਂ ਨਿਕਲੀ ਪਾਰਟੀ ਸੀ, ਤੇ ਉਹਦੇ ਤੋਂ ਤਵੱਕੋ ਹੋਰ ਰੱਖੀ ਜਾਂਦੀ ਹੈ। ਜੋ ਕਹਿੰਦਾ ਵੀ ਕਾਂਗਰਸ 'ਚ ਵੀ ਐ ਹੁੰਦਾ ਸੀ,
ਬਾਕੀ ਚ ਵੀ ਐ ਹੁੰਦਾ ਸੀ ਤੇ ਫਿਰ ਤੁਸੀਂ ਉਹਦੇ ਵਰਗੇ ਹੋ ਗਏ ਉਹਦਾ ਮਤਲਬ। ਜੇ ਤੁਹਾਡੇ ਚ ਹੁੰਦਾ ਤੇ ਉਹਦੇ ਚ ਫਿਰ ਤਾਂ ਇੱਕੋ ਗੱਲ ਹੈ। ਤੁਹਾਡੇ ਤੋਂ ਜੇ ਲੋਕ ਇਹ ਕਹਿੰਦੇ ਨੇ ਕਿ ਤੁਸੀਂ ਸਿੱਖੀ ਤੋਂ ਸੇਧ ਲੈ ਰਹੇ ਹੋ, ਤੁਹਾਡੇ ਲੀਡਰਾਂ ਦੇ ਕਿਰਦਾਰ ਨੂੰ ਹੋਰ ਤਰ੍ਹਾਂ ਦੇਖਣਾ ਚਾਹੁੰਦੇ ਨੇ, ਤੁਹਾਡੇ ਤੋਂ ਹੋਰ ਤਰ੍ਹਾਂ ਦਾ ਇੱਕ ਮਹਿਸੂਸ ਕਰਨਾ ਚਾਹੁੰਦੇ ਨੇ ਉਹ ਲੋਕ ਕਿ ਤੁਹਾਡੀ ਪਾਰਟੀ ਜਿਹੜਾ ਕੇਡਰ ਆਉਂਦਾ ਹੈ ਉਹ ਅਲੱਗ ਤਰ੍ਹਾਂ ਦਾ ਹੋਏਗਾ, ਕੁਰਬਾਨੀ ਵਾਲਾ ਹੋਏਗਾ, ਜਜ਼ਬੇ ਵਾਲਾ ਹੋਏਗਾ। ਜੇ ਰੇਤ ਮਾਫੀ ਵਾਲਾ ਹੀ ਤੁਹਾਡੇ ਲੀਡਰ ਬਣਦਾ ਕਿ ਬਾਕੀ ਚੀਜ਼ਾਂ ਹੀ ਤੁਹਾਡੇ ਲੀਡਰ ਬਣਦੀਆਂ ਨੇ, ਫਿਰ ਬਖਰੇਵਾ ਨਹੀਂ ਨਾ, ਫਿਰ ਇੱਕ ਅਲੱਗ ਪਾਰਟੀ ਤਾਂ ਹੈਗੀ ਹੈ ਪਰ ਇੱਕ ਅਲੱਗ ਅਪਰੋਚ ਦੀ ਪਾਰਟੀ ਨਹੀਂ ਫਿਰ ਬਣ ਰਹੀ। ਇਹ ਵੱਡਾ ਕ੍ਰਾਈਸਿਸ ਹੈ ਅਕਾਲੀ ਦਲ ਦਾ। ਇਹਨੂੰ ਅਜੇ ਉਹ ਸੋਚਣ ਲਈ ਤੇ ਕਰਨ ਲਈ ਤਿਆਰ ਨਹੀਂ। ਅਕਾਲੀ ਦਲ ਚੋਂ ਇਸੇ ਕਰਕੇ ਕਿੰਨੇ ਸੀਨੀਅਰ ਲੀਡਰ ਚਲੇ ਵੀ ਗਏ ਨੇ ਔਰ ਸਭ ਨੇ ਐਲੀਗੇਸ਼ਨ ਤਾਂ ਇੱਕ ਬੰਦਾ ਤਾਂ ਨਹੀਂ ਗਲਤ ਵੀ ਇੱਕ ਬੰਦਾ ਉਹਦੇ ਲਈ ਚਲਾ ਗਿਆ, ਉਹਦੇ ਸਾਹਮਣੇ ਕੁਰਸੀ ਪਈ ਸੀ, ਉਹ ਟੁੱਟ ਕੇ ਗਏ ਨੇ, ਜੇ ਕੁਰਸੀ ਦਾ ਕਿਤੇ ਦਿਖਾਈ ਨਹੀਂ ਦਿੰਦੀ। ਵੱਡੇ ਵੱਡੇ ਲੀਡਰ ਉਹਦੇ ਲਈ ਸੋਚਣਾ ਤਾਂ ਜ਼ਰੂਰੀ ਸੀ ਪਰ ਉਹ ਸੋਚਿਆ ਨਹੀਂ ਜਾ। ਜੀ 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 ਹਰਮੀਤ ਸਿੰਘ ਜੀ, ਮੈਂ ਇੱਥੇ ਇੱਕ ਆਖਰੀ ਸਵਾਲ ਕਰਾਂਗਾ ਕਿਉਂਕਿ ਜ਼ਿਆਦਾ ਸਵਾਲ ਦੇ ਨਾਲ ਮੈਂ ਨਹੀਂ ਚਾਹੁੰਦਾ ਕਿ ਮਤਲਬ ਕਿ ਇਸ ਮਸਲੇ ਨੂੰ ਹੋਰ ਪਾਸੇ ਲਿਜਾਇਆ ਜਾਵੇ, ਤਾਂ ਕਿ ਪੂਰਾ ਖੁੱਲ ਕੇ ਜਿਵੇਂ ਤੁਸੀਂ ਗੱਲ ਕੀਤੀ ਹੈ। ਹੁਣ ਇੱਕ ਹੋਰ ਸਵਾਲ ਹੈ ਤਾਂ ਕਿ ਉਹਦੇ ਤੇ ਵੀ ਕਲੀਅਰ ਹੋ ਸਕੇ ਕਿ ਹੁਣ ਇਸ ਸਿਆਸੀ ਮੁਹਾਂਦਰੇ ਦੇ ਵਿੱਚ ਕਿਸਾਨਾਂ ਨੂੰ ਆਪਣੀ ਸਥਿਤੀ ਜਿਹੜੀ ਹੈ ਉਹ ਸਿਆਸੀ ਤੌਰ ਦੇ ਉੱਤੇ ਮਜ਼ਬੂਤ ਕਰਕੇ ਉਹਨੂੰ ਕਲੀਅਰ ਨਹੀਂ ਕਰਨਾ ਚਾਹੀਦਾ, ਕਿਉਂਕਿ ਬਹੁਤ ਕੁਝ ਬਦਲ ਰਿਹਾ। ਉਹਨਾਂ ਨਾਲ ਵੀ ਮਜ਼ਦੂਰ ਜੁੜੇ ਨੇ, ਪੇਂਡੂ ਤਬਕਾ ਜੁੜਿਆ, ਜਿਹੜਾ ਪਿੰਡਾਂ ਦੇ ਵਿੱਚੋਂ ਜਿਹੜੇ ਦਲਿਤ ਭਾਈਚਾਰਾ ਜੁੜਿਆ, ਉਹਨਾਂ ਸਾਰਿਆਂ ਦਾ ਜਿਹੜਾ ਇੱਕ ਗੱਠਜੋੜ ਹੈ ਉਹ ਕਿਸਾਨਾਂ ਦੇ ਵੱਲ ਵੀ ਵੱਡਾ ਝੁਕਾਅ ਰੱਖਦਾ। ਉਹ ਵੀ ਉਮੀਦ ਕਰਦੇ ਨੇ ਕਿ ਕੁਝ ਬਦਲਾਅ ਆਵੇ। ਸ਼ਾਇਦ ਉਹ ਵੀ ਬਸਪਾ ਵਰਗਿਆਂ ਤੋਂ, ਅਕਾਲੀ ਦਲ ਵਰਗਿਆਂ ਤੋਂ ਜਾਂ ਕਾਂਗਰਸ ਤੋਂ ਜਾਂ ਹੋਰ ਪਾਰਟੀਆਂ ਤੋਂ ਵੀ ਅੱਕੇ ਬੈਠੇ ਹੋਣੇ ਕਿ ਹੁਣ ਕੋਈ ਆਪਣੀ ਪਾਰਟੀ ਹੋਵੇ ਜਿਹੜੀ ਆਪਣੀ ਗੱਲ ਕਰੇ ਤਾਂ ਕਿ ਸਾਨੂੰ ਦਿੱਲੀ ਦੀਆਂ ਬਰੂਹਾਂ ਤੱਕ ਨਾ ਪਹੁੰਚਣਾ ਪਵੇ। ਕਿਸਾਨਾਂ ਨੂੰ ਕਲੀਅਰ ਨਹੀਂ ਕਰਨਾ ਚਾਹੀਦਾ ਹੁਣ ਕਿ ਹੁਣ ਬਸ ਬਹੁਤ ਹੋ ਗਿਆ, ਸਰਕਾਰ ਨਾਲ ਮੱਥਾ ਲੱਗਿਆ ਉਹ ਵੱਖਰਾ ਮੈਟਰ ਹੈ। ਇੱਧਰ ਪੰਜਾਬ ਦੇ ਵਿੱਚ ਆਪਣੀ ਸਿਆਸੀ ਪਾਰਟੀ ਜਾਂ ਸਿਆਸਤ ਨੂੰ ਕਲੀਅਰ ਕਰ ਦੇਣ ਕਿ ਹੁਣ ਕਰਨਾ ਕੀ ਹੈ। ਮੈਨੂੰ ਲੱਗਦਾ ਕਿ ਹੌਲੀ ਹੌਲੀ ਉਹ ਸਟੈਪ ਬਾਈ ਸਟੈਪ ਹੋ ਰਹੇ ਨੇ, ਕਿਉਂਕਿ ਇੱਕ ਤਾਂ ਨਾ ਤਾਂ ਕਿਸਾਨ ਵੀ ਇੱਕ ਨਹੀਂ ਹੈ, ਨਾ ਇੱਕ ਜਥੇਬੰਦੀ ਹੈ, ਅਲੱਗ-ਅਲੱਗ ਅਪਰੋਚੇਜ ਨੇ, ਅਲੱਗ-ਅਲੱਗ ਉਹ ਪਿਛੋਕੜ ਚੋਂ ਆਏ ਨੇ, ਵਿਚਾਰਧਾਰਾਵਾਂ ਨੇ, ਇੱਕੋ ਦਮ ਤਾਂ ਨਹੀਂ ਹੋਣਾ। ਪਰ ਪਿਛਲੇ ਦਿਨਾਂ 'ਚ ਕੁਝ ਤਬਦੀਲੀਆਂ ਆਪਾਂ ਦੇਖ ਸਕਦੇ ਹਾਂ, ਸੰਕੇਤ ਦੇਖ ਸਕਦੇ ਹਾਂ। ਸਪੋਜ਼ ਕਰੋ ਪਹਿਲਾਂ ਕਿਸਾਨਾਂ ਨੇ ਇਹ ਕਿਹਾ ਸੀ ਵੀ ਹਰ ਪਾਰਟੀ ਇੱਕੋ ਜਿਹੀ ਹੈ ਸਾਡੇ ਲਈ, ਸਾਨੂੰ ਕੋਈ ਨਹੀਂ ਹੈ। ਬੀਜੇਪੀ ਕਿਉਂਕਿ ਮੇਨ ਸੀ, ਬੀਜੇਪੀ ਦਾ ਲਾਈ ਤੇ ਬਾਕੀ ਨੂੰ ਵੀ ਉਹ ਨਹੀਂ, ਕਦੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਫਲਾਨੀ ਪਾਰਟੀ ਨੇ ਠੀਕ ਕੀਤਾ ਜਾਂ ਨਹੀਂ ਕੀਤਾ, ਉਹ ਸਵਾਲ ਨਹੀਂ ਸੀ। ਇਦੋਂ ਬਾਅਦ ਚਲਦੇ ਚਲਦੇ ਹੁਣ ਰਾਕੇਸ਼ ਟਕੈਤ ਮਿਲ ਕੇ ਆਏ ਮਮਤਾ ਬੈਨਰਜੀ। ਮਮਤਾ ਬੈਨਰਜੀ ਨੇ ਕਿਹਾ ਕਿ ਇਹ ਦੇਸ਼ ਲੈਵਲ ਤੇ ਇੱਕ ਫੈਡਰਲ ਸਟਰਕਚਰ ਬਣਨਾ ਚਾਹੀਦਾ। ਬੀਜੇਪੀ ਨੂੰ ਹਟਾਉਣ ਦਾ ਜਿੰਨਾ ਚਿਰ ਦੇਸ਼ ਲੈਵਲ ਤੇ ਸੱਦਾ ਨਹੀਂ ਦਿੱਤਾ ਜਾਂਦਾ ਉਹਨਾਂ ਚਿਰ ਇਹ ਜਿਹੜੀਆਂ ਚੀਜ਼ਾਂ ਨਹੀਂ ਹਨ। ਤੇ ਉਦੋਂ ਬਾਅਦ ਆ ਕੇ ਇੱਕ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਪ੍ਰੈਸ ਨੋਟ 3 ਦਿਨ ਪਹਿਲਾਂ ਜਿਹੜਾ ਆਇਆ ਸੀ, ਉਦੋਂ ਬਾਅਦ ਦਾ ਉਹਨਾਂ ਨੇ ਉਹ ਸਾਰੀਆਂ ਧਿਰਾਂ ਦਾ ਵੈਲਕਮ ਕੀਤਾ ਜਿਨ੍ਹਾਂ ਨੇ ਕਿਸਾਨਾਂ ਦੇ ਹਮਾਇਤ ਦੇ ਵਿੱਚ ਅਸੈਂਬਲੀਆਂ ਦੇ ਵਿੱਚ ਮਤੇ ਪਾਏ ਜਾਂ ਸਟੈਂਡ ਲਏ ਨੇ। ਇਹਦਾ ਮਤਲਬ ਇੱਕ ਸਿਆਸੀ ਗੱਲ ਉਹਨਾਂ ਨੇ ਕਲੀਅਰ ਕਰਤੀ ਕਿ ਜਿਹੜੇ ਦੇ ਕਿਸਾਨਾਂ ਦੇ ਹੱਕ 'ਚ ਉਸ ਪੱਧਰ ਦੇ ਉੱਤੇ ਸਟੈਂਡ ਲਏ ਨੇ ਸਰਕਾਰਾਂ 'ਚ ਹੋਣ ਦੇ ਬਾਵਜੂਦ ਜਾਂ ਬਾਕੀ ਦੀ ਗੱਲ ਹੈ, ਉਹਨੂੰ ਉਹਨਾਂ ਨੇ ਵੈਲਕਮ ਕਿਹਾ, ਸਵਾਗਤ ਕੀਤਾ। ਜੇ ਉਹਨਾਂ ਦੀ ਕੋਈ ਸਪੋਰਟ ਦੀ ਗੱਲ ਨਹੀਂ ਹੈ ਪੋਲੀਟੀਕਲੀ। ਦੂਜੀ ਗੱਲ ਉਹਨਾਂ ਨੇ ਇਹ ਸਟੈਂਡ ਲਿਆ ਆਲਰੇਡੀ, ਕਿਉਂਕਿ ਯੂਪੀ, ਉੱਤਰਾਖੰਡ, ਕਈ ਸਟੇਟਾਂ ਦੀਆਂ ਵੋਟਾਂ ਹੁਣ ਪੰਜਾਬ ਦੇ ਨਾਲ ਹੀ ਆਉਣ ਵਾਲੀਆਂ। ਮਨੀਪੁਰ ਹੈ, ਗੋਆ ਹੈ ਤੇ ਯੂਪੀ ਹੈ, ਉੱਤਰਾਖੰਡ, ਪੰਜਾਬ। ਤੇ ਉਹਨਾਂ ਨੇ ਇਹ ਕਿਹਾ ਦੂਜੇ ਥਾਵਾਂ ਤੇ ਤਾਂ ਕਿ ਜਿਹੜਾ ਬੀਜੇਪੀ ਨੂੰ ਹਰਾਏਗਾ ਅਸੀਂ ਉਹਦੇ ਪੱਖ ਚ ਆਵਾਂਗੇ। ਉੱਥੇ ਕਲੀਅਰ ਹੈ ਕਿਉਂਕਿ ਬੀਜੇਪੀ ਦੀ ਗਵਰਨਮੈਂਟ ਹੈ, ਬੀਜੇਪੀ ਨੂੰ ਹਰਾਉਣ ਦੇ ਲਈ ਇੱਕ ਸੱਦਾ ਹੈ। ਆਟੋਮੈਟਿਕਲੀ ਜਿਵੇਂ ਬੰਗਾਲ ਚ ਸੱਦਾ ਦਿੱਤਾ ਸੀ ਬੀਜੇਪੀ ਨੂੰ ਹਰਾਉਣ ਦੇ ਪੱਖ ਦੇ ਵਿੱਚ, ਮੇਨ ਪਾਰਟੀ ਜਿਹੜੀ ਨੇੜੇ ਤੇੜੇ ਸੀ ਉਹ ਤ੍ਰਿਣਮੂਲ ਕਾਂਗਰਸ ਸੀ ਤੇ ਲੋਕ ਉਹਦੇ ਵੱਲ ਗਏ। ਕਿੰਨਾ ਅਸਰ ਹੋਇਆ ਕਿੰਨਾ ਨਹੀਂ ਉਹ ਅਲੱਗ ਹੈ, ਪਰ ਸੱਦਾ ਕਲੀਅਰ ਸੀ ਕਿ ਜਿਹੜਾ ਉਹਨੂੰ ਹਰਾ ਸਕਦਾ ਉਹਦੇ ਨਾਲ ਚੱਲੋ। ਇਹੀ ਕੁਝ ਯੂਪੀ, ਉੱਤਰਾਖੰਡ ਤੇ ਬਾਕੀ ਸਟੇਟਾਂ 'ਚ ਹੋ ਸਕਦਾ। ਪਰ ਪੰਜਾਬ ਦੀ ਹਾਲਤ ਥੋੜੀ ਜਿਹੀ ਅਲੱਗ ਤਰ੍ਹਾਂ। ਪੰਜਾਬ ਦੀ ਹਾਲਤ ਅਲੱਗ ਤਰ੍ਹਾਂ ਦੀ ਇਸ ਕਰਕੇ ਹੈ ਕਿ ਇੱਥੇ ਬੀਜੇਪੀ ਮੇਨ ਸੱਤਾ 'ਚ ਪਾਰਟੀ ਨੇ, ਬੀਜੇਪੀ ਬਹੁਤ ਛੋਟੀ ਪਾਰਟੀ ਹੈ। ਇੱਥੇ ਅਜੇ ਵੀ ਜਿਹੜੀਆਂ ਲੜ ਰਹੀਆਂ ਧਿਰਾਂ ਨੇ, ਦਾਅਵੇਦਾਰੀ ਹੈ ਉਹ ਕਾਂਗਰਸ, ਅਕਾਲੀ ਜਾਂ ਆਪ, ਜਿਹੜੀਆਂ ਇਹੀ ਤਿੰਨ ਮੇਨ ਧਿਰਾਂ ਦੇ ਤੌਰ ਤੇ ਸਾਡੇ ਸਾਹਮਣੇ ਆਈਆਂ ਨੇ। ਪਰ ਜਿਹੜਾ ਸੁਭਾਵਿਕ ਤਰੀਕਾ ਹੈ ਕਿ ਅਕਾਲੀ ਦਲ, ਜਿਹੜਾ ਕਿਸਾਨ ਜਥੇਬੰਦੀਆਂ ਦਾ ਜਿਹੜਾ ਲੜਾਈ ਹੈ, ਇਹ ਦੋ ਗੱਲਾਂ ਤੇ ਹੈ ਸਿਧਾਂਤਕ ਤੌਰ ਤੇ। ਇੱਕ ਕਾਰਪੋਰੇਟ ਦੀ ਜਿਹੜੀ ਫਿਲਾਸਫੀ ਹੈ, ਕਾਰਪੋਰੇਟ ਜਿਹੜਾ ਸਾਡਾ ਸਭ ਕੁਝ ਖੋਹ ਲੈਣਾ ਚਾਹੁੰਦਾ ਹੈ, ਉਹਦੀ ਵਿਚਾਰਧਾਰਾ ਦੇ ਖਿਲਾਫ ਕਿ ਅਸੀਂ ਉਹਨੂੰ ਨਹੀਂ ਆਉਣ ਦੇਣਾ। ਦੂਜੀ ਗੱਲ ਇਹ ਹੈ ਕਿ ਜਿਹੜੀ ਫੈਡਰਲ ਸਟਰਕਚਰ ਨੂੰ ਖੋਰਾ ਲੱਗ ਰਿਹਾ। ਉਹਨਾਂ ਨੇ ਆਪਣੇ ਡਿਮਾਂਡ ਚਾਰਟਰ 'ਚ ਵੀ ਬਾਰ-ਬਾਰ ਗਵਰਨਮੈਂਟ ਆਫ ਇੰਡੀਆ ਨੂੰ ਵੀ ਤੁਸੀਂ ਖੇਤੀ ਤੇ ਕਾਨੂੰਨ ਬਣਾ ਹੀ ਨਹੀਂ ਸਕਦੇ ਕਿਉਂਕਿ ਖੇਤੀ ਸੂਬੇ ਦਾ ਸਬਜੈਕਟ ਹੈ। ਇਹਦਾ ਮਤਲਬ ਉਹ ਲੜਾਈ ਫੈਡਰਲਿਜ਼ਮ ਦੀ ਲੜਾਈ। ਹੁਣ ਪੰਜਾਬ 'ਚ ਫੈਡਰਲਿਜ਼ਮ ਦੀ ਲੜਾਈ ਵਾਲੀ ਕਿਹੜੀ ਧਿਰ ਹੈ ਨਾ ਸਾਰਿਆਂ ਤੋਂ? ਪੰਜਾਬ 'ਚ ਫੈਡਰਲਿਜ਼ਮ ਦੀ ਲੜਾਈ ਵਾਲੀ ਧਿਰ ਹੁੰਦੀ ਕਦੇ ਅਕਾਲੀ ਦਲ ਹੁੰਦਾ ਸੀ, ਅੱਜ ਨਹੀਂ। ਅਕਾਲੀ ਦਲ ਜੇ ਫੈਡਰਲਿਜ਼ਮ ਦੀ ਲੜਾਈ ਵਾਲਾ ਹੁੰਦਾ ਤਾਂ 370
370 ਦੇ ਪੱਖ 'ਚ ਵੋਟ ਨਾ ਪਾਉਂਦਾ। ਜੇ ਆਪ ਫੈਡਰਲਿਜ਼ਮ ਦੀ ਲੜਾਈ ਵਾਲੀ ਹੁੰਦੀ 370 ਦੇ ਪੱਖ 'ਚ ਵੋਟ ਨਾ ਪਾਉਂਦੀ। ਕਾਂਗਰਸ ਪਹਿਲਾਂ ਹੀ ਫੈਡਰਲਿਜ਼ਮ ਦੇ ਮੁਤਾਬਕ ਕਦੇ ਹੈ ਨਹੀਂ, ਉਹਨੇ ਵੀ ਸੈਂਟਰਲਾਈਜ਼ ਕੀਤਾ ਸਾਰਾ। ਬਿਲਕੁਲ ਹਾਲਾਤ ਪੰਜਾਬ ਦੇ ਮੰਗ ਕਰਦੇ ਨੇ ਕਿ ਇੱਕ ਨਵਾਂ ਵਰਤਾਰਾ ਵਿਕਸਿਤ ਹੋਣਾ ਚਾਹੀਦਾ ਹੈ, ਜਿਹੜਾ ਵਿਚਾਰਧਾਰਕ ਡਿਫਰੈਂਸ ਵਾਲਾ ਹੋਵੇ, ਜਿਹੜਾ ਫੈਡਰਲਿਜ਼ਮ ਦੀ ਗੱਲ ਕਰੇ, ਜਿਹੜਾ ਕਿਸੇ ਰੀਅਲ ਸੈਂਸ 'ਚ ਇਕੱਲਾ ਐ ਨਹੀਂ ਕਿ ਇੱਕ ਦਲਿਤ ਮੁੱਖ ਮੰਤਰੀ ਬਣਾਤਾ ਜਾਂ ਇੱਕ ਫਲਾਨਾ ਇੱਕ ਬਣਾਤਾ, ਗਰਾਊਂਡ ਰਿਐਲਿਟੀ ਨੂੰ ਬਦਲੇ, ਜਿਹੜਾ ਸਭ ਦਾ ਮਾਨ ਸਨਮਾਨ ਕਰੇ, ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰੇ, ਜਿਹੜਾ ਉਸ ਐਂਗਲ ਤੋਂ ਜਿਹੜਾ ਐਂਗਲ ਉੱਥੇ ਲਿਆ ਗਿਆ ਦਿੱਲੀ ਦੇ ਮੋਰਚੇ ਦੇ ਵਿੱਚ, ਉਹ ਸਿਆਸਤ 'ਚ ਉਤਰਨਾ ਚਾਹੀਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਉਹ ਜਥੇਬੰਦੀਆਂ ਆਪ ਦੇ ਚੋਂ ਕੋਈ ਅਲੱਗ ਗਰੁੱਪ, ਮੈਨੂੰ ਇਹ ਲੱਗਦਾ ਹੁੰਦਾ ਕਿ ਜਥੇਬੰਦੀਆਂ ਆਪ ਇਲੈਕਸ਼ਨ ਨਹੀਂ ਲੜ ਸਕਦੀਆਂ। ਜੇ ਲੜਨਗੀਆਂ ਤਾਂ ਆਪ ਜਦੋਂ ਕੋਈ ਜਨਤਕ ਜਥੇਬੰਦੀ ਪੋਲੀਟੀਕਲ ਪ੍ਰੋਸੈਸ 'ਚ ਪੈਂਦੀ ਹੈ ਤਾਂ ਉਹਦੇ ਨਾਲ, ਕਿਉਂਕਿ ਜਨਤਕ ਜਥੇਬੰਦੀ ਦੇ ਵਿੱਚ ਸਾਰੀਆਂ ਧਿਰਾਂ ਦੇ ਹੀ ਬੰਦੇ ਹੁੰਦੇ, ਹਰ ਅਪਰੋਚ ਦਾ ਬੰਦਾ ਹੁੰਦਾ, ਚਾਹੇ ਉਹ ਕਾਂਗਰਸੀ ਹੈ, ਅਕਾਲੀ ਹੈ, ਚਾਹੇ ਉਹ ਆਪ ਹੈ, ਹਰ ਬੰਦਾ ਹੀ ਜਨਤਕ ਜਥੇਬੰਦੀ 'ਚ ਜਾ ਸਕਦਾ, ਉਹਦੀ ਇੱਕ ਅਪਰੋਚ ਹੈ। ਪਰ ਜੇ ਉਹਦੇ ਚੋਂ ਪੋਲਿਟਿਕਸ ਕੱਢਣੀ ਹੈ ਤਾਂ ਉਹ ਇੱਕ ਅਲਟਰਨੇਟਿਵ ਪੋਲਿਟਿਕਸ ਦਾ ਕੋਈ ਫੋਰਮ ਬਣ ਸਕਦਾ ਤੇ ਉਹ ਫੋਰਮ ਦੀ ਹਮਾਇਤ ਕਿਸਾਨ ਉੱਪਰਵੇਂ ਰੂਪ ਦੇ ਵਿੱਚ ਕਰ ਸਕਦੇ ਨੇ ਕਿ ਅਸੀਂ ਜਿਹੜਾ ਆਹ ਏਜੰਡਾ ਇਹਦੀ ਹਮਾਇਤ ਕਰਦੇ ਹਾਂ, ਜਿਹੜਾ ਵੀ ਇਸ ਏਜੰਡੇ ਨੂੰ ਲੈ ਕੇ ਚੱਲਦਾ, ਤਾਂ ਆਟੋਮੈਟਿਕਲੀ ਪਹਿਲਾ ਕੁਐਸਚਨ ਹੈ ਕਿ ਏਜੰਡਾ ਪ੍ਰਪੇਅਰ ਕਰਨਾ। ਕਿਸਾਨ ਅੰਦੋਲਨ ਉੱਥੇ ਬੈਠ ਕੇ ਇੱਕ ਏਜੰਡਾ ਦੇਵੇ ਪੰਜਾਬ ਦੇ ਲੋਕਾਂ ਨੂੰ ਕਿ ਆਹ ਪੰਜਾਬ ਦੇ ਬਚਾਉਣ ਲਈ ਇੱਕ ਏਜੰਡਾ ਸਾਡੇ ਸਾਹਮਣੇ, ਜਿਹਦੇ ਵਿੱਚ ਫੈਡਰਲਿਜ਼ਮ ਹੋ ਸਕਦਾ, ਜਿਹਦੇ ਵਿੱਚ ਭਾਰਤ ਪਾਕਿਸਤਾਨ ਸੰਬੰਧਾਂ ਦੀ ਦੋਸਤੀ ਹੋ ਸਕਦੀ ਹੈ ਕਿ ਸਾਡਾ ਮਾਲ ਉਧਰ ਵਿਕੇ ਇੱਧਰ ਆਏ, ਤਾਂ ਕਿ ਸਾਡੇ ਲਈ ਰੁਜ਼ਗਾਰ, ਸਾਡੇ ਲਈ ਸਭ ਤੋਂ ਬੜਾ ਸਵਾਲ ਹੈ। ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਨੇ, ਪੰਜਾਬ ਛੱਡ ਪੰਜਾਬ ਉਜੜ ਰਿਹਾ, ਖਾਲੀ ਹੋ ਰਿਹਾ, ਸਭ ਤੋਂ ਨੰਬਰ 1 ਪੁਆਇੰਟ ਹੈ ਸਾਡੇ ਲਈ ਰੁਜ਼ਗਾਰ। ਫਿਰ ਖੇਤੀ ਤੇ ਪਾਣੀ ਬਚਾਉਣਾ ਸਭ ਤੋਂ ਬੜਾ ਕੁਐਸਚਨ ਹੈ ਸਾਡੇ ਲਈ ਕਿ ਇਹਨੂੰ ਕਿਵੇਂ ਬਚਾਇਆ ਜਾਵੇ। ਫਿਰ ਦਲਿਤ ਭਾਈਚਾਰੇ ਸਮੇਤ ਇੱਕ ਜਾਤ ਪਾਤ ਦੇ ਐਂਗਲ ਨੂੰ ਮੱਧਮ ਕਰਨਾ, ਉਹਨੂੰ ਮਿਟਾਉਣਾ ਤੇ ਇੱਕ ਸਾਰਿਆਂ ਦਾ ਇੱਕ ਭਾਈਚਾਰਾ ਮਜ਼ਬੂਤ ਕਰਨਾ, ਉਹ ਬਹੁਤ ਵੱਡਾ ਮੁੱਦਾ ਹੈ। ਫਿਰ ਜਿਹੜੇ 29 ਡਿਪਾਰਟਮੈਂਟ ਪੰਚਾਇਤੀ ਰਾਜ ਦੇ ਹਵਾਲੇ ਕਰਨੇ ਸੀ ਤੇ ਤਰਵੀਂ ਸੋਧ ਰਾਹੀਂ, ਉਹ ਕਿੱਥੇ ਗਏ ਨੇ, ਉਹ ਕਿਉਂ ਨਹੀਂ ਹੋ ਰਹੇ। 18 ਡਿਪਾਰਟਮੈਂਟ ਜਿਹੜੇ ਲੋਕਲ ਬਾਡੀ ਨੂੰ ਦੇਣੇ ਸੀ, ਉਹ ਕਿਉਂ ਨਹੀਂ ਹੋ ਰਹੇ। ਉਹ ਐਮਪਾਵਰਮੈਂਟ ਆਫ ਪੀਪਲ, ਜਿਹੜੀ ਲੋਕਾਂ ਨੂੰ ਤਾਕਤ ਦੇਣ ਵਾਲੀ ਗੱਲ ਹੈ, ਉਹ ਏਜੰਡਾ ਜਿੰਨਾ ਚਿਰ ਨਹੀਂ ਆਊਗਾ, ਬਾਕੀ ਪਾਰਟੀਆਂ ਲੜ ਰਹੀਆਂ ਨੇ ਮੈਨੂੰ ਤਾਕਤ ਦੇ, ਮੈਂ ਤਾਕਤ ਪਹਿਲਾਂ ਕਰਾਂਗਾ। ਪਰ ਜਿਹੜਾ ਕਿਸਾਨ ਅੰਦੋਲਨ ਚੋਂ ਏਜੰਡਾ ਨਿਕਲਣਾ ਚਾਹੀਦਾ, ਲੋਕਾਂ ਨੂੰ ਤਾਕਤਵਰ ਬਣਾਉਣਾ, ਜਿਹੜਾ ਲੋਕਾਂ ਨੂੰ ਤਾਕਤਵਰ ਬਣਾਉਣ ਦਾ ਉਹ ਏਜੰਡਾ ਹੋਏਗਾ, ਉਸ ਏਜੰਡੇ ਨੂੰ ਫੋਲੋ ਕਰਨ ਵਾਲੀ ਕੋਈ ਨਵੀਂ ਧਿਰ ਹੋ ਸਕਦੀ ਹੈ, ਪੁਰਾਣੀਆਂ ਚੋਂ ਮੇਰਾ ਨਹੀਂ ਖਿਆਲ ਕੋਈ ਉਸ ਏਜੰਡੇ ਨੂੰ ਫੋਲੋ ਕਰੇਗੀ। ਔਰ ਇਹ ਪ੍ਰੋਸੈਸ ਡਿਸਕਸ ਜ਼ਰੂਰ ਹੋਣਾ ਚਾਹੀਦਾ ਜਥੇਬੰਦੀਆਂ 'ਚ। ਉੱਥੇ ਬੈਠੇ ਕਿਸਾਨ ਵੀ ਜਿਹਨੂੰ ਮਰਜ਼ੀ ਜਾ ਕੇ ਤੁਸੀਂ ਪੁੱਛੋ, ਉਹ ਕਹਿੰਦੇ ਨੇ ਇਹਨਾਂ ਨੂੰ ਤਾਂ ਨਹੀਂ ਅਸੀਂ ਬਣਨ ਦਿੰਦੇ, ਬਾਕੀ ਦੇਖਦੇ ਹਾਂ ਜਿਹੜਾ ਨਵਾਂ ਆਊ। ਹੁਣ ਨਵੇਂ ਦੀ ਉਮੀਦ ਤੇ ਨਵੇਂ ਦੀ ਤਲਾਸ਼ ਤਾਂ ਬਹੁਤ ਦੇਰ ਤੋਂ ਹੈ ਪੰਜਾਬ ਦੇ ਲੋਕਾਂ ਨੂੰ। ਉਹ ਤਲਾਸ਼ ਪੂਰੀ ਕਰਨ ਦੇ ਯੋਗ ਸਾਡੀ ਲੀਡਰਸ਼ਿਪ ਬਣਦੀ ਹੈ ਨਹੀਂ ਬਣਦੀ, ਉਹ ਤੋਂ ਬਾਅਦ ਦਾ ਸਵਾਲ ਹੈ। ਪਰ ਅਜੇ ਟਾਈਮ ਪਿਆ ਹੈ, ਅਜੇ ਉਹ ਅੰਦੋਲਨ ਤੇ ਫੋਕਸ ਹੈ ਉਹਨਾਂ ਦਾ, ਤੇ ਅੰਦੋਲਨ ਤੇ ਫੋਕਸ ਤੋਂ ਬਾਅਦ ਦੇ ਦੌਰਾਨ ਹੀ ਮੇਰੇ ਖਿਆਲ ਹੈ ਚਰਚਾ ਉਹਨਾਂ 'ਚ ਹੁੰਦੀ ਵੀ ਹੋਣੀ ਹੈ ਅੰਦਰ, ਔਰ ਹੋਰ ਤੇਜ਼ ਹੋਣੀ ਚਾਹੀਦੀ ਹੈ। ਲੋਕਾਂ ਦੀਆਂ ਉਮੀਦਾਂ ਨੂੰ ਧਿਆਨ 'ਚ ਰੱਖਣ ਕੇ ਹੀ ਜੇਕਰ ਕੋਈ ਤੁਸੀਂ ਅੱਗੇ ਸਲੋਗਨ ਦਿਓਗੇ, ਫਿਰ ਲੋਕ ਜ਼ਿਆਦਾ ਰਿਸਪੌਂਡ ਕਰਨਗੇ ਮੇਰੇ ਖਿਆਲ ਹੈ, ਜਦੋਂ ਤੱਕ ਇੱਕ ਤਬਦੀਲੀ, ਇੱਕ ਨਵਾਂ ਹੌਸਲਾ ਦੇਗੀ ਉਸ ਪੱਧਰ ਤੇ। ਜੀ ਹਮੀਰ ਜੀ, ਤੁਸੀਂ ਨਵੀਂ ਧਿਰ ਦੀ ਗੱਲ ਕਰ ਰਹੇ ਸੀ, ਮੈਂ ਜਾਂਦੇ ਜਾਂਦੇ ਇਹ ਵੀ ਸਵਾਲ ਪੁੱਛਦਾ ਕਿ ਕੀ ਨਵੀਂ ਧਿਰ ਇੱਕ ਨਵੀਂ ਸਿਆਸੀ ਪਾਰਟੀ ਹੋ ਸਕਦੀ ਹੈ, ਕਿਸਾਨਾਂ ਦੇ ਵਿੱਚੋਂ ਹੋ ਸਕਦੀ ਹੈ, ਜਾਂ ਕਿਸੇ ਹੋਰ ਨੂੰ ਥਾਪੜਾ ਦੇਣ ਦੀ ਗੱਲ ਹੈ, ਜਾਂ ਫਿਰ ਜਿਹੜੀਆਂ ਪਾਰਟੀਆਂ ਆਲਰੇਡੀ ਚੱਲ ਰਹੀਆਂ ਨੇ ਇਹਨਾਂ ਨੂੰ ਨਵਿਆਉਣ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਹੋ ਗਈ ਜਾਂ ਅਕਾਲੀ ਦਲ ਹੋ ਗਿਆ, ਇਹਨਾਂ ਨੂੰ ਇਹ ਆਪਣਾ ਏਜੰਡਾ ਦੇਣਗੇ ਤੇ ਕਿ ਤੁਸੀਂ ਇਸ ਤਰੀਕੇ ਦੇ ਨਾਲ ਚੱਲੋ, ਉਸ ਤਰ੍ਹਾਂ ਹੋਣਾ ਚਾਹੀਦਾ? ਨਹੀਂ, ਮੈਨੂੰ ਲੱਗਦਾ ਕਿ ਜਿਹੜਾ ਸਟਰਕਚਰ ਇਹਨਾਂ ਪਾਰਟੀਆਂ ਦਾ ਬਣ ਗਿਆ, ਜਿਹੜਾ ਸੁਭਾਅ ਇਹਨਾਂ ਪਾਰਟੀਆਂ ਦਾ ਬਣ ਗਿਆ, ਜਿਹੜਾ ਚਰਿੱਤਰ ਬਣ ਗਿਆ, ਉਹ 'ਚ ਤੁਰੰਤ ਬਦਲਾਅ ਦੀ ਸੰਭਾਵਨਾ ਹੈ, ਹੁੰਦੀ ਨਹੀਂ ਹੈ। ਜਿਨ੍ਹਾਂ ਕੋਲ ਪਾਵਰ ਚਲੀ ਗਈ ਇਕੱਲੇ ਇਕੱਲੇ ਬੰਦੇ ਕੋਲ, ਉਹ ਕੱਲ ਛੱਡ ਕੇ ਜਾਊਗਾ ਉਸ ਏਜੰਡੇ ਲਈ, ਜਾਂ ਜਿਹਦੇ ਕੋਲ ਬਾਕੀ ਚੀਜ਼ਾਂ ਜਿਵੇਂ ਚਲੀਆਂ ਗਈਆਂ, ਉਹ ਤਾਂ ਜੋੜ ਤੋੜ 'ਚ ਹੀ ਚੱਲੂਗਾ। ਹੁਣ ਤੁਸੀਂ ਦੇਖੋ ਵੀ ਅਕਾਲੀ ਦਲ ਬੰਦਿਆਂ ਨੂੰ ਸ਼ਾਮਲ ਕਰਾ ਰਿਹਾ, ਜਿਹੜਾ ਬਾਕੀਆਂ ਨੂੰ ਛੱਡ ਕੇ, ਆਪ ਵੀ ਬੰਦਿਆਂ ਨੂੰ ਸ਼ਾਮਲ ਕਰਾ ਰਹੀ ਹੈ, ਜਿਹੜਾ ਜਿਹੜੀ ਮਰਜ਼ੀ ਪਾਰਟੀ 'ਚ ਆ ਜਾਏ। ਤੁਸੀਂ ਖਾਲੀ ਥਾਵਾਂ ਭਰ ਰਹੇ ਹੋ, ਤੁਸੀਂ ਏਜੰਡੇ ਤੇ ਲੋਕਾਂ ਨੂੰ ਮੋਬਿਲਾਈਜ਼ ਨਹੀਂ ਕਰ ਰਹੇ। ਨਵੀਂ ਧਿਰ ਤੋਂ ਬਿਨਾਂ ਪੰਜਾਬ ਲਈ ਨਵੇਂ ਏਜੰਡੇ ਨੂੰ ਫੋਲੋ ਕਰਨਾ ਮੁਸ਼ਕਲ ਹੈ। ਮੈਨੂੰ ਇਹ ਲੱਗ ਰਿਹਾ ਕਿ ਉਹਦੇ ਨਾਲ ਨਹੀਂ ਚੱਲ ਸਕਦਾ, ਕਿਉਂਕਿ ਇੱਕ ਲਗਾਤਾਰਤਾ ਬਣ ਜਾਂਦੀ ਹੈ, ਤੁਹਾਡੇ ਕੋਲ ਇੱਕ ਹਿਸਟਰੀ ਬਣ ਗਈ ਨਾ ਨਵੇਂ। ਜੇ ਕੋਈ ਉਹੀ ਫਰੈਸ਼ ਹੋ ਕੇ ਨਵਾਂ ਆ ਜੇ, ਮੈਂ ਨਵਾਂ ਮੈਂ ਆ, ਮੈਨੂੰ ਬਿਨਾਂ ਏਜੰਡੇ ਤੋਂ ਕੋਈ ਸਟਰਗਲ ਨਹੀਂ, ਕੋਈ ਉਹ ਨਹੀਂ। ਨਵੀਂ ਧਿਰ ਦੇ ਪਿੱਛੇ ਵੀ ਇਹ ਸਟਰਗਲ ਜਿਹੜੀ ਹੈ ਹੋਣੀ ਚਾਹੀਦੀ ਹੈ, ਅੰਦੋਲਨ ਦਾ ਹੱਥ ਉਹਦੇ ਸਿਰ ਤੇ ਹੋਣਾ ਚਾਹੀਦਾ। ਅੰਦੋਲਨ ਚੋਂ ਨਿਕਲੇ ਲੋਕ ਉਸ ਨਵੀਂ ਧਿਰ ਦੇ ਆਗੂਆਂ ਦੇ ਵਿੱਚ ਸ਼ਾਮਲ ਹੋਣੇ ਚਾਹੀਦੇ, ਤਾਂ ਉਹ ਨਵੀਂ ਧਿਰ ਹੋਊਗੀ। ਨਵੀਂ ਧਿਰ ਦਾ ਆਪਦੇ ਆਪ 'ਚ ਕੋਈ ਮਤਲਬ ਨਹੀਂ। ਮੈਂ ਕੱਲ ਨੂੰ ਕਹਿੰਦਾ ਮੈਂ ਸਿਆਸਤ ਨਹੀਂ ਆ, ਮੈਂ ਆ ਗਿਆ ਜੀ, ਮੈਨੂੰ ਤੁਸੀਂ ਵੋਟ ਪਾ ਦਿਓ, ਚਾਰ ਮੇਰੇ ਵਰਗੇ ਹੋਰ ਖੜੇ ਹੋ ਜਾਣ, ਅਸੀਂ ਇੱਕ ਨਵੀਂ ਧਿਰ ਆ ਗਏ ਹਾਂ। ਅਸੀਂ ਨਵੀਂ ਧਿਰ ਇਸ ਰੂਪ 'ਚ ਥੋੜੀ ਬਣਦੀ ਹੁੰਦੀ ਹੈ। ਨਵੀਂ ਧਿਰ ਤਾਂ ਕਿਸਾਨ ਅੰਦੋਲਨ ਤੇ ਲੋਕਾਂ ਦੀਆਂ ਉਮੀਦਾਂ ਨੇ,
ਕਿਉਂਕਿ ਉਹਨਾਂ ਨੇ ਪੁਰਾਣਾ ਲੜਾਈ ਦਾ ਜਜ਼ਬਾ ਤੇ ਮਾਦਾ ਲੋਕਾਂ ਦੇ ਵਿੱਚ ਉਤਾਰਿਆ। ਲੋਕ ਆਰ-ਪਾਰ ਦੀ ਲੜਾਈ ਲੜਨ ਦੇ ਮੂਡ 'ਚ ਨੇ। ਉਹ 6.5 ਮਹੀਨੇ ਤੋਂ ਤਪੱਸਿਆ ਚੱਲ ਰਹੀ ਹੈ ਇੱਕ ਲੋਕਾਂ ਦੀ। ਉਹ ਤਪੱਸਿਆ ਚੋਂ ਤਪ ਕੇ ਨਿਕਲ ਕੇ, ਜਿਵੇਂ ਕਹਿੰਦੇ ਨੇ ਕੋਠਾਲੀ 'ਚ ਪੈ ਕੇ ਹੀ ਸੋਨਾ ਬਣਦਾ, ਜਿਹੜਾ ਇੱਕ ਚੀਜ਼ ਹੈ ਉਹ ਬੰਦਿਆਂ ਨੂੰ ਮਤਲਬ ਸੁੱਧ ਬਣਾਉਂਦੀ ਹੈ। ਜਿਹੜੀ ਲੜਾਈ ਹੁੰਦੀ ਹੈ, ਅੰਦੋਲਨ ਹੁੰਦਾ, ਉਹ ਕੱਲਾ ਆਪਦੇ ਲਈ ਨਹੀਂ ਨਾ ਲੜ ਰਿਹਾ, ਉਹ ਸਾਰੇ ਪੰਜਾਬ ਨੂੰ ਬਚਾਉਣ ਲਈ ਅੰਦੋਲਨ ਲੜਦਾ, ਇਹਦੀ ਹੋਂਦ ਦੇ ਲਈ। ਉਹ ਜਿਹੜਾ ਬੰਦਾ ਉੱਥੇ ਜ਼ਿਆਦਾ ਟਾਈਮ ਦੇ ਰਿਹਾ, ਜ਼ਿਆਦਾ એનર્ਜੀ ਦੇ ਰਿਹਾ, ਜ਼ਿਆਦਾ ਪੈਸਾ ਦੇ ਰਿਹਾ, ਉਹ ਸੁਭਾਵਿਕ ਤਰੀਕੇ ਲਈ ਪੰਜਾਬ ਦਾ ਦੇ ਲਈ ਜ਼ਿਆਦਾ ਸੁਹਿਰਦ ਹੈ ਦੂਜੇ ਕਿਸੇ ਵੀ ਨਾਲ, ਜਿਹੜੇ ਬਾਕੀ ਦੇ ਲੋਕ ਦਿਖਾਈ ਦੇ ਰਹੇ ਨੇ। ਠੀਕ ਹੈ, ਉਹਨਾਂ 'ਚ ਕਮਜ਼ੋਰੀਆਂ ਵੀ ਹੋ ਸਕਦੀਆਂ ਨੇ, ਉਹਨਾਂ 'ਚ ਕਈ ਚੀਜ਼ਾਂ ਹੋ ਸਕਦੀਆਂ ਨੇ, ਪਰ ਤੁਸੀਂ ਇਸ ਕਹਿ ਕੇ ਨਹੀਂ ਰੱਦ ਕਰ ਸਕਦੇ ਕਿ ਅਸੀਂ ਉਹਦੇ ਤੋਂ ਜ਼ਿਆਦਾ ਬਿਹਤਰ ਇੱਥੇ ਬੈਠੇ ਬੈਠੇ ਗੱਲਾਂ ਕਰਨਾ। ਬਿਲਕੁਲ ਉਹ ਸਾਰੇ ਲੋਕਾਂ ਨੂੰ, ਕੱਲਾ ਉਹ ਅੰਦੋਲਨ ਐ ਨਹੀਂ ਨਿਕਲੂਗਾ, ਉਹ ਵੀ ਇੰਟੈਲੈਕਚੁਅਲ ਨੂੰ ਵੀ ਨਾਲ ਲਊਗਾ, ਉਹ ਦਲਿਤ ਭਾਈਚਾਰੇ ਨੂੰ ਵੀ ਨਾਲ ਲਊਗਾ, ਉਹ ਸ਼ਹਿਰੀ ਨੂੰ ਵੀ ਨਾਲ ਲਊਗਾ। ਕਿਉਂਕਿ ਜਦੋਂ ਪੰਜਾਬ ਦੀ ਇੱਕ ਸਿਆਸਤ ਕਰਨੀ ਹੁੰਦੀ ਹੈ ਤਾਂ ਸਾਰੇ ਵਰਗਾਂ ਦੀ ਸ਼ਮੂਲੀਅਤ ਚਾਹੀਦੀ ਹੈ, ਪਰ ਉਹਦੇ 'ਚ ਕੋਰ ਜਿਹੜੀ ਗਰੁੱਪ ਹੁੰਦਾ ਉਹ ਸਥਾਨ ਲੈ ਲੈਂਦਾ, ਜਿਹੜਾ ਅਗਵਾਈ ਕਰ, ਜਿਹੜਾ ਬਾਕੀ ਲੋਕਾਂ ਨੂੰ ਫਿਰ ਜੋੜਦਾ ਆਪਣੇ ਨਾਲ। ਉਹ ਦੱਸੂਗਾ ਕਿ ਏਜੰਡਾ ਸਾਰੇ ਭਾਈਚਾਰੇ ਦਾ, ਪੰਜਾਬ ਦਾ ਕਿਉਂ ਹੈ, ਇਹ ਪੰਜਾਬ ਦੀ ਹੋਂਦ ਨੂੰ ਕਿਵੇਂ ਠੀਕ ਰੱਖੇਗਾ। ਜਦੋਂ ਉਹ ਪ੍ਰਚਾਰ ਹੋਊਗਾ ਤਾਂ ਦੂਜੇ ਏਜੰਡੇ ਨੂੰ ਕਾਊਂਟਰ ਕੀਤਾ ਜਾ ਸਕਦਾ। ਜੀ ਜੀ, ਸ਼ੁਕਰੀਆ ਹਮੀਰ ਸਿੰਘ ਜੀ, ਧੰਨਵਾਦ ਸਾਨੂੰ ਸਮਾਂ ਦੇਣ ਲਈ। ਜੀ ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ। ਪੰਜਾਬ ਦੀ ਸਿਆਸਤ ਦੇ ਉੱਤੇ ਕਿੱਦਾਂ ਦਾ ਅਸਰ ਪੈਣਾ ਇਸ ਗੱਠਜੋੜ ਦੇ ਨਾਲ, ਅਕਾਲੀ ਦਲ ਤੇ ਬਸਪਾ ਦੇ ਨਾਲ, ਕੀ ਕਿਸਾਨਾਂ ਨੂੰ ਆਪਣੇ ਸਿਆਸੀ ਪੱਤੇ ਖੋਲਣੇ ਚਾਹੀਦੇ ਨੇ, ਜਾਂ ਕਿਸ ਤਰੀਕੇ ਦੀ ਨਵੀਂ ਧਿਰ ਜਿਹੜੀ ਆ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਪ੍ਰਤੀ ਵਫਾਦਾਰ ਹੋ ਕੇ ਪੰਜਾਬ ਦੇ ਭਲੇ ਲਈ ਸੋਚੇਗੀ, ਉਸ ਉੱਤੇ ਅਸੀਂ ਚਰਚਾ ਕੀਤੀ ਹੈ। ਇਹ ਚਰਚਾ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਦੇ ਉੱਤੇ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਜ਼ਰੂਰ ਤੁਹਾਡੇ ਸਾਹਮਣੇ ਲਿਆਵਾਂਗੇ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਪੰਜਾਬਿਸਤਾਨ ਟੀਵੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।